ਮੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਤੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ। 9:16 ਹੋਏ ਨੇ। 26 ਜੁਲਾਈ ਦਾ ਦਿਨ ਹੈ, ਬਰਾ 2021 ਦਾ ਸੋਮਵਾਰ ਹੈ। 11 ਜੇਠ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਸ਼ੋਅ ਦੇ ਵਿੱਚ ਸ਼ੁਰੂਆਤ ਹੋਏਗੀ ਹਰ ਰੋਜ਼ ਦੀ ਤਰ੍ਹਾਂ ਪੰਜਾਬ 'ਚੋਂ, ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ। ਉਸ ਤੋਂ ਬਾਅਦ ਦੋ ਵਿਸ਼ੇ ਨੇ ਜਿਨ੍ਹਾਂ 'ਤੇ ਆਪਾਂ ਗੱਲਬਾਤ ਕਰਾਂਗੇ। ਲੋਕ ਸੇਵਾ ਦੀ, ਇਨਸਾਨੀਅਤ ਦੇ ਸੇਵਾ ਦੀ ਗੱਲ ਅਤੇ ਨਾਲ ਹੀ ਭੰਗ ਦੀਆਂ ਦੁਕਾਨਾਂ ਦੀ ਗੱਲ। ਦੋਨੇ ਵਿਸ਼ਿਆਂ 'ਤੇ ਥੋੜ੍ਹੀ ਗੱਲ ਕਰਾਂਗੇ। 604 204 0600 604204 0600 'ਤੇ ਤੁਸੀਂ ਸ਼ਾਮਲ ਹੋਣਾ। 6042040600 604 729 1224 604 729 1224 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। ਇਹੀ ਨੰਬਰ ਹੈ ਜੇ ਤੁਸੀਂ ਪ੍ਰੋਗਰਾਮ ਸਪੋਂਸਰ ਕਰਨਾ ਹੈ। ਪਹਿਲਾਂ ਸੁਨੇਹਾ ਭੇਜ ਦਿਓ, ਅੱਗੇ ਸੇਲਸ ਟੀਮ ਨੂੰ ਭੇਜਾਂਗਾ, ਫਿਰ ਐਨ ਉੱਤਾ ਬਾਚ ਕੇ ਗੱਲਬਾਤ ਕਰਨਗੇ ਤੁਹਾਡੇ ਨਾਲ। ਕਈ ਵਾਰ ਬਿਜ਼ੀ ਹੁੰਦੇ, ਸਮਾਂ ਕੱਢ ਲੈਂਦੇ ਆ, ਤੁਸੀਂ ਐਡਵਰਟਾਈਜ਼ਮੈਂਟ ਛੇਤੀ ਕਰਨੀ ਹੁੰਦੀ ਹੈ, ਸਮਾਂ ਲੰਘ ਜਾਂਦਾ ਹੈ। ਧੰਨਵਾਦ ਐਡਮਿੰਟਨ ਤੋਂ ਅਤੇ ਕੈਲਗਰੀ ਤੋਂ ਕੁਛ ਜਿਹੜੀਆਂ ਐਡਵਰਟਾਈਜ਼ਰਸ ਨੇ ਉਹ ਸ਼ੁਰੂ ਕਰ ਰਹੇ ਨੇ। ਇਹੀ ਗੱਲ ਹੈ। ਅਤੇ ਸਾਰੀ ਆਈਲੈਂਡ 'ਤੇ ਖੜਾਕ ਪੈਂਦਾ, ਬਹੁਤ ਕ੍ਰਿਸਟਲ ਕਲੀਅਰ ਚੱਲਦਾ 600 AM। ਅਤੇ ਤੁਸੀਂ ਨਾਲ ਰਹਿੰਦੇ ਹੋ ਸ਼ੇਰੇ ਪੰਜਾਬ ਦੇ। 604 204 0600 ਔਨ ਏਅਰ ਨੰਬਰ ਹੈ। ਇੱਕ ਹੋਰ ਦੱਸਾਂ, ਜਦ ਦੂਜਾ ਟੀਕਾ ਲੱਗਣਾ ਨਾ, ਸਰੀਰ ਥੋੜ੍ਹਾ ਜਿਹਾ ਨਿੱਸਲ ਹੋ ਜਾਂਦਾ, ਖਿਆਲ ਰੱਖਿਓ। ਪਹਿਲਾਂ ਮੈਂ ਲੱਗਿਆ ਸੀ ਫਰਲੋ ਮਾਰਨ, ਫਿਰ ਮੈਂ ਕਿਹਾ ਚੱਲ ਸੋਮਵਾਰ ਹੈ, ਬੰਦੇ ਢਿੱਲੇ ਹੋ ਜਾਣਗੇ। ਸੋਝੀ ਨਾ ਵਰਤ ਸਕੀ ਤੇਰੇ ਨਾਲ ਲੱਗੀ ਜਦੋਂ, ਇਹੀ ਹੋਈ ਵੱਡੀ ਗੁਸਤਾਖੀ ਮੇਰੇ ਦਿਲ ਦੀ। ਮੱਲ ਲਿਆ ਥੋਂ ਖੋਲ ਟਾਕੀ ਤੇਰੇ ਦਿਲ ਦੀ, ਪੁੰਗਰੀ ਸੀ ਰੀਝ ਨਹੀਂਓ ਬਾਕੀ ਮੇਰੇ ਦਿਲ ਦੀ। ਨਕਸ਼ਤਰਾਂ ਨੂੰ ਪਲਟਾ ਮਰਾਉਂਦੇ ਨੇ ਨਕਸ਼ ਤੇਰੇ, ਰਾਸ਼ੀ ਫਲ ਰੱਖ ਦਿੱਤੇ ਰੋਲ ਕੇ। ਉਂਗਲੀ 'ਚ ਪੰਡਤ ਤੋਂ ਮੁੰਦਰੀ ਕਰਾਈ, ਜਿਹੜੀ ਛਾਂਪ ਲੈਣੀ ਮੇਚਾ ਉਹਦਾ ਟੋਲ ਕੇ। ਨੈਣਾ ਦਿਆਂ ਬ੍ਰਹਿਮੰਡਾਂ ਵਿੱਚ ਗਰੇਆਲ ਡੁੱਬ ਜਾਵੇ, ਸਰੂਰ ਮੇਰਾ ਚੜ੍ਹੇ ਮੈਂ ਹੀ ਸਾਕੀ ਤੇਰੇ ਦਿਲ ਦੀ। ਮੁੱਲ ਲਿਆ ਥੋਂ ਖੋਲ ਟਾਕੀ ਤੇਰੇ ਦਿਲ ਦੀ, ਪੁੰਗਰੀ ਸੀ ਰੀਝ ਨਹੀਂ ਉਹ ਬਾਕੀ ਮੇਰੇ ਦਿਲ ਦੀ। ਕੱਚੀ ਪਹੀ ਡੜਹੇੜੀ ਬਿਨ ਮਿਲੇ ਤਰਵਾਸ ਨਾ ਜੇ, ਬੀਹੀ ਸਾਡੜੀ ਦਾ ਲੱਭ ਕੇਰਾ ਰਾਵੇ। ਸੂਲੀ ਟੰਗਾਂ ਰਹੇ ਚਿੱਤ ਤੇਰਿਆਂ ਖਿਆਲਾਂ ਵਿੱਚ, ਤੱਕਾਂ ਸੱਜਣਾ ਨੂੰ ਮੁੜ ਆਉਣਾ ਸਾਵੇ। ਸਾਵੇਂ ਹੋਵੇ ਕਦੋਂ ਜਦੋਂ, ਸਾਵੇਂ ਹੋਵੇ ਕਦੇ, ਕਦੇ ਹੋ ਜਾਵੇਂ ਲੁਪਤ ਦੱਸ। ਖੇਡ ਬਣੀ ਕੋਟਲਾ ਛਪਾਕੀ ਮੇਰੇ ਦਿਲ ਦੀ, ਮੱਲ ਲਿਆ ਥੋਂ ਖੋਲ ਟਾਕੀ ਤੇਰੇ ਦਿਲ ਦੀ। ਪੁੰਗਰੀ ਸੀ ਰੀਝ ਨਹੀਂ ਉਹ ਬਾਕੀ ਮੇਰੇ ਦਿਲ ਦੀ। ਮਨਵੀਰ ਗਰੇਵਾਲ ਸਿੰਘ ਗਰੇਵਾਲ ਡੜਹੇੜੀ। ਧੰਨਵਾਦ ਜੀ ਸਾਰਿਆਂ ਦਾ, ਜਿੱਥੇ ਵੀ ਬੈਠੇ ਹੋ, ਪ੍ਰੋਗਰਾਮ ਸੁਣ ਰਹੇ ਹੋ। ਸੋਮਵਾਰ ਦਾ ਦਿਨ ਹੈ, ਮੈਨੂੰ ਪਤਾ ਰੇਮ ਹੁੰਦਾ ਕੰਮ ਸੋਮਵਾਰ ਨੂੰ, ਜੜਾਕੇ ਪੈਂਦੇ ਆ। 12-1 ਵਜੇ ਤੱਕ ਸੂਤ ਕਰਦੇ ਹੋ ਸਰੀਰ ਤੁਸੀਂ। 12 ਐਤਵਾਰ ਨੂੰ ਸਰੀਰ ਕੱਸਿਆ ਬਾਹਲਾ ਜਾਂਦਾ, ਘਾਹ ਘੂ ਕੱਟਣਾ ਹੁੰਦਾ, ਮੋਚਣਾ ਫੇਰਨਾ ਹੁੰਦਾ, ਮਾੜੀ ਜੀ ਮੁੱਛ ਹੋੜਨੀ ਹੁੰਦੀ ਹੈ। ਇੱਕ ਅੱਧੀ ਪਾਲਟੀ ਵੀ ਹੁੰਦੀ ਆ, ਸਹੁਰਿਆਂ ਵੱਲ ਵੀ ਗੇੜਾ ਦੇਣਾ ਹੁੰਦਾ, ਸਾਢੂ ਨਾਲ ਵੀ ਕਿਤੇ ਨੋਕ ਝੋਕ ਹੁੰਦੀ ਹੈ, ਅਤੇ ਕਿਤੇ ਗੇੜਾ ਵੀ ਦਿੱਤਾ ਜਾ ਸਕਦਾ। ਮੋਟਰਸਾਈਕਲਾਂ ਵਾਲੇ ਹਵਾ ਦੇ ਭੰਨੇ ਹੁੰਦੇ ਆ, ਜੀਪਾਂ ਵਾਲੇ ਬਲਕਾਰ ਢਾਲੀਵਾਲ ਹੋਣੀ ਖੁੱਲ੍ਹੀਆਂ ਜੀਪਾਂ, ਹਵਾ ਫਰਾਟੇ ਉਹਨਾਂ ਨੂੰ ਮਾਰਦੀ ਹੈ। ਸਿਮਰਨ ਰੰਧਾਵੇ ਹੋਣੀ ਉੱਪਰੇ ਪਹਾੜਾਂ 'ਚ ਨੂੰ ਚੜ੍ਹ ਜਾਂਦੇ ਆ ਜੀਪਾਂ ਲੈ ਕੇ, ਗਰੁੱਪ ਬਹੁਤ ਵਧੀਆ। ਸ਼ੂਟਿੰਗ ਸਟਾਰ ਸਾਡੇ ਰਾਜ ਰਾਏ ਹੋਣੀ, ਗੁਰਿੰਦਰ ਸਿੰਘ ਹੋਣੀ ਸ਼ੂਟਿੰਗ ਕਰਨ ਚਲੇ ਜਾਂਦੇ ਆ। ਬੱਲੇ ਬੱਲੇ ਹੋਈ ਪਈ ਆ। ਇਹਨੂੰ ਕਹਿੰਦੇ ਅਸਲ ਪੰਜਾਬ, ਪਰ ਸ਼੍ਰੀ ਦਰਬਾਰ ਸਾਹਿਬ ਉਸੇ ਪੰਜਾਬ 'ਚ। ਸਰ ਨਵਕਿਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਦਿੱਲੀ ਵਾਲੇ ਜੰਤਰ ਮੰਤਰ ਕਲਾ ਕਲਾਂਤਰ 'ਚ ਕੀ ਹੋ ਰਿਹਾ ਹੁਣ? ਜੀ ਗਿੱਲ ਸਾਹਿਬ, ਦੇਖੋ ਜੰਤਰ ਮੰਤਰ ਇਤਿਹਾਸ ਸਿਰਜ ਰਿਹਾ ਇੱਕ ਨਵਾਂ, ਕਿਉਂਕਿ ਕਿਸਾਨ ਜਿਹੜੇ ਇਕੱਠੇ ਹੋਏ ਨੇ ਦੇਸ਼ ਭਰ ਦੇ ਵਿੱਚੋਂ, ਪੰਜਾਬ ਵਾਲੇ ਮੋਹਰੀ ਰੋਲ ਅਦਾ ਕਰ ਰਹੇ ਨੇ। ਉਹਨਾਂ ਨੇ ਕਿਹਾ ਸੀ ਕਿ ਸੰਸਦ ਦਾ ਜਦੋਂ ਮੌਨਸੂਨ ਸੈਸ਼ਨ ਚੱਲੂ
ਤਾਂ ਸੰਸਦ ਦੇ ਅੰਦਰ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹ ਕਿਸਾਨਾਂ ਦੀ ਆਵਾਜ਼ ਉਠਾਉਣਗੇ, ਤੇ ਬਾਹਰ ਅਸੀਂ ਤੁਹਾਨੂੰ ਦੱਸਾਂਗੇ ਸੰਸਦ ਚਲਾਈ ਦੀ ਕਿਵੇਂ ਹੁੰਦੀ ਆ। ਜੰਤਰ ਮੰਤਰ ਤੇ ਉੱਤੇ ਹੁਣ ਲੱਗੀ ਹੋਈ ਆ, ਕਿਉਂਕਿ ਸੰਸਦ ਦੇ ਅੱਗੇ ਤਾਂ ਜਾਣ ਨਹੀਂ ਦਿੰਦੇ ਕਿਸਾਨਾਂ ਨੂੰ ਪੁਲਿਸ, ਤੋਂ ਉੱਥੋਂ 1.25 ਕਿਲੋਮੀਟਰ ਸੰਸਦ ਤੋਂ ਪਹਿਲਾਂ ਹੀ ਰੋਕ ਲੈਂਦੀ ਹੈ ਜੰਤਰ ਮੰਤਰ ਦੇ ਉੱਤੇ। ਜੰਤਰ ਮੰਤਰ ਉੱਥੇ ਕਿਸਾਨ ਬਹਿੰਦੇ ਨੇ ਔਰ 200 ਕਿਸਾਨ ਹਰ ਰੋਜ਼ ਜੁੜਦਾ ਗਾ। ਜਿਵੇਂ ਸੰਸਦ ਚੱਲਦੀ ਹੈ ਉਸੇ ਤਰੀਕੇ ਦੇ ਨਾਲ ਸਪੀਕਰ, ਡਿਪਟੀ ਸਪੀਕਰ ਚੁਣੇ ਜਾਂਦੇ ਨੇ। ਉਸੇ ਤਰੀਕੇ ਦੇ ਨਾਲ ਗਿੱਲ ਸਾਹਿਬ ਪਿਛਲੇ ਦਿਨਾਂ 'ਚ ਖੇਤੀਬਾੜੀ ਮੰਤਰੀ ਚੁਣਿਆ ਸੀ ਔਰ ਜਦੋਂ ਉਹਨੂੰ ਸਵਾਲਾਂ ਦੇ ਜਵਾਬ ਨਹੀਂ ਆਏ, ਅਸਤੀਫਾ ਦੇਣਾ ਪਿਆ ਉਸ ਜਿਹੜਾ ਚੁਣਿਆ ਖੇਤੀਬਾੜੀ ਮੰਤਰੀ ਸੀ ਕਿਸਾਨਾਂ ਦਾ। ਤਾਂ ਅੱਜ ਉਹਦੇ ਵਿੱਚ ਇਤਿਹਾਸ ਇਹ ਸਿਰਜਿਆ ਗਿਆ ਇੱਕ ਤਾਂ ਕਿ ਦੋ ਚੀਜ਼ਾਂ ਜਿਹੜੀਆਂ ਨੇ ਉਹ ਅਹਿਮ ਵਾਪਰੀਆਂ। ਇੱਕ ਤਾਂ ਅੱਜ ਔਰਤਾਂ ਹੀ ਇਕੱਠੀਆਂ ਹੋਈਆਂ ਸੀ, ਉੱਥੇ ਕੱਲੀਆਂ ਔਰਤਾਂ ਗਈਆਂ ਸੀ ਔਰ ਔਰਤਾਂ ਦੇ ਵੱਲੋਂ ਸੰਸਦ ਆ ਜਿਹੜੀ ਉਹ ਚਲਾਈ ਗਈ। ਔਰਤਾਂ ਦੇ ਵਿੱਚੋਂ ਸਪੀਕਰ ਤੇ ਡਿਪਟੀ ਸਪੀਕਰ ਬਣੀਆਂ ਔਰ ਉਹਨਾਂ ਨੇ ਜ਼ਰੂਰੀ ਵਸਤਾਂ ਬਾਰੇ ਬਿੱਲ ਆ ਜਿਹੜਾ ਉਹਦੇ ਤੇ ਬਹਿਸ ਕੀਤੀ। ਦੂਸਰਾ ਇਹ ਕਿ ਅੱਜ 8 ਮਹੀਨੇ ਪੂਰੇ ਹੋਏ ਨੇ। ਅੱਜ ਤੋਂ 8 ਮਹੀਨੇ ਪਹਿਲਾਂ ਆਹੀ ਦਿਨ ਗਿੱਲ ਸਾਹਿਬ 26 ਨਵੰਬਰ ਨੂੰ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਡੇਰੇ ਜਾ ਲਾਏ ਸੀ। 8 ਮਹੀਨੇ ਪੂਰੇ ਹੋਣ ਦੇ ਉੱਤੇ ਅੱਜ ਉੱਥੇ ਬਹਿਸ ਆ ਜਿਹੜੀ ਉਹ ਹੋਈ ਆ। ਦੂਸਰਾ ਇਹ ਕਿ ਇੱਕ ਨਵੀਂ ਚੀਜ਼ ਆ ਜਿਹੜੀ ਉਹ ਲੀਕੀ ਗਈ ਹੈਗੀ ਕਿ ਜਿਵੇਂ ਦਿੱਲੀ ਘੇਰੀ ਆ ਉਸੇ ਤਰੀਕੇ ਦੇ ਨਾਲ ਲਖਨਊ ਘੇਰਿਆ ਜਾਊ 4 ਪਾਸਿਆਂ ਤੋਂ। ਮਿਸ਼ਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਹੈਗਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ। 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਇੱਕ ਵੱਡੀ ਮਹਾ ਪੰਚਾਇਤ ਰੱਖੀ ਗਈ ਆ। ਤੋ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਪੰਜਾਬ ਦੇ ਨਾਲ ਹੀ ਇਲੈਕਸ਼ਨ ਹੈ ਤੇ ਇਹ ਅਹਿਮ ਰੋਲ ਅਦਾ ਕਰਨਗੇ ਜੀ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਜੇ ਭਾਜਪਾ ਇੱਥੋਂ ਘਿਰਦੀ ਆ ਤਾਂ ਕੇਂਦਰ 'ਚ ਦੁਬਾਰੇ ਸਰਕਾਰ ਬਣਾਉਣੀ ਔਖੀ ਹੋ ਜਾਣੀ ਆ। ਸੋ ਇਸ ਕਰਕੇ ਇਹ ਬਹੁਤ ਜ਼ੋਰ ਹੈਗਾ ਜਿਹੜਾ ਉਹ ਲੱਗਿਆ ਹੋਇਆ ਗਾ। ਬਾਕੀ ਸੰਸਦ ਚੱਲ ਰਹੀ ਆ, ਉੱਥੇ ਕੋਈ ਖਾਸ ਜਿਹਾ ਨਹੀਂ ਹੈ। ਅੱਜ ਰਾਹੁਲ ਗਾਂਧੀ ਟਰੈਕਟਰ ਲਈ ਫਿਰਦਾ ਸੀ ਸੰਸਦ ਦੇ ਬਾਹਰ। ਤੋ ਉੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਕਿਸਾਨਾਂ ਤੋਂ ਡਰਦੇ ਕਿਸਾਨਾਂ ਦੇ ਮਸਲੇ ਤਾਂ ਠਾ ਰਹੇ ਨੇ, ਪਰ ਉਸ ਰੂਪ 'ਚ ਨਹੀਂ ਠਾ ਰਹੇ ਜਿਵੇਂ ਠਾਉਣੇ ਹੁੰਦੇ ਨੇ ਜੀ। ਗਿੱਲ ਸਾਹਿਬ ਇੱਕ ਰੁਲਦੂ ਸਿੰਘ ਮਾਨਸਾ ਦੀ ਗੱਲ ਕਰੀਏ ਗਿੱਲ ਸਾਹਿਬ, ਤਾਂ ਉਹਨੇ ਪਿਛਲੇ ਦਿਨਾਂ ਦੇ ਵਿੱਚ ਰੁਲਦੂ ਸਿੰਘ ਮਾਨਸਾ ਨੇ ਇੱਕ ਭਾਸ਼ਣ ਦਿੰਦਿਆਂ ਜਿਹੜਾ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਹੈ ਉਹਦੇ ਖਿਲਾਫ ਬੋਲਿਆ ਔਰ ਉਸ ਤੋਂ ਬਾਅਦ ਉਹ ਆਪਣੇ ਭਾਸ਼ਣ ਦੇ ਵਿੱਚ ਬਿਨਾਂ ਨਾਂ ਲਏ ਸੰਤਾਂ ਬਾਰੇ ਬੋਲ ਗਿਆ ਕਿ ਉਹਨੇ ਇੱਕ ਪੰਜਾਬ ਦੇ ਵਿੱਚ ਐਜੀਟੇਸ਼ਨ ਸ਼ੁਰੂ ਕੀਤੀ ਜਿਹਦੇ 'ਚ 25,000 ਮੁੰਡਾ ਜਿਹੜਾ ਸ਼ਹੀਦ ਹੋ ਗਿਆ, ਉਹਦਾ ਜ਼ਿੰਮੇਵਾਰ ਉਹ ਆ। ਤਾਂ ਕਿਤੇ ਨਾ ਕਿਤੇ ਇਹ ਗੱਲ ਗਲਤ ਸੀਗੀ, ਕਿਉਂਕਿ ਜ਼ਿੰਮੇਵਾਰ ਤਾਂ ਸਰਕਾਰ ਆ, ਜ਼ਿੰਮੇਵਾਰ ਤਾਂ ਉਹ KPS ਗਿੱਲ ਵਰਗੇ ਨੇ, ਉਹ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਗੱਭਰੂ, ਪੰਜਾਬ ਦੀ ਜਵਾਨੀ ਆ ਜਿਹੜੀ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਕਪਾਈ ਹੈ। ਤਾਂ ਉਹਨਾਂ ਦੀ ਥਾਂ ਦੇ ਉੱਤੇ ਐਜੀਟੇਸ਼ਨ ਸ਼ੁਰੂ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਕਹਿਣਾ ਇਹ ਕਿਸੇ ਰੂਪ ਦੇ ਵਿੱਚ ਸਹੀ ਨਹੀਂ ਸੀ। ਉਸ ਤੋਂ ਬਾਅਦ ਸੰਯੁਕਤ ਮੋਰਚੇ 'ਚ 32 ਜਥੇਬੰਦੀਆਂ 'ਚ ਇਹ ਗੱਲ ਹੋਈ ਔਰ ਰੁਲਦੂ ਸਿੰਘ ਮਾਨਸਾ ਨੂੰ 15 ਦਿਨ ਦੇ ਲਈ ਸਸਪੈਂਡ ਕਰ ਦਿੱਤਾ ਗਿਆ। ਪਰ ਉਹਨੇ ਹੁਣ ਇਹ ਕਿਹਾ ਵੀ ਮੈਂ ਅਜਿਹਾ ਕੁਛ ਨਹੀਂ ਬੋਲਿਆ, ਮੈਂ ਸੰਤਾਂ ਦਾ ਸਤਿਕਾਰ ਕਰਦਾ ਜੀ। ਅੱਖ ਤੇ ਗੱਲ ਰੁਲਦੂ ਮਾਨਸੇ ਦੀ ਦੱਸਦੀ ਹੈ ਬਈ ਕਈ ਵਾਰ ਸਰੀਰ ਬਾਹਲਾ ਕਾਇਮ ਹੋ ਜਾਂਦਾ, ਬੰਦਾ ਉਈਓ ਰੇਸ ਖੋਲ ਬਹਿ ਦਿੰਦਾ। ਪੀਟਰ ਇੰਜਣ ਦਾ ਜਿਵੇਂ ਇੰਜਣ ਦੀ ਜਿਵੇਂ ਰੇਸ ਖੁੱਲ ਜਾਂਦੀ ਹੈ। ਅੱਛਾ, ਇਉਂ ਦੱਸਿਓ ਵੀ ਕਰਨਾਟਕਾ ਦੇ ਮੁੱਖ ਮੰਤਰੀ ਦਾ ਅਸਤੀਫਾ ਲੈ ਲਿਆ ਜੀ, ਫਿਰ ਕੀ ਕਹਿ ਕੇ ਲੈ ਲਿਆ? ਕਿਉਂ ਨਹੀਂ ਸੂਤ ਆਈ ਕਿ ਆਪੋਜੀਸ਼ਨ 'ਚ ਆ ਉਹ ਮੋਦੀ ਦੇ? ਜੀ ਗਿੱਲ ਸਾਹਿਬ, ਉਹ ਉਸ ਖੇਮੇ ਦੇ ਵਿੱਚ ਆਉਂਦਾ ਜਿਹੜਾ ਖੇਮਾ ਨਰਿੰਦਰ ਮੋਦੀ ਦੇ ਨਾਲ ਨਹੀਂ ਬਣਦੀ। ਇੱਕ ਤਾਂ ਇਹ ਹੈ ਕਿ ਇਹ ਜਿਹੜਾ CM ਆਗਾ ਅੱਜ ਜੀ ਤੋਂ ਅਸਤੀਫਾ ਲਿਆ ਕਰਨਾਟਕਾ ਦਾ, ਬਹੁਤ ਸੀਨੀਅਰ ਬੰਦਾ ਹੈਗਾ। ਇਹ 4 ਵਾਰ ਮੁੱਖ ਮੰਤਰੀ ਰਿਹਾ ਗਿੱਲ ਸਾਹਿਬ ਔਰ 3 ਵਾਰ ਵਿਰੋਧੀ ਧਿਰ ਦਾ ਆਗੂ ਰਿਹਾ ਕਰਨਾਟਕਾ 'ਚ, 8 ਵਾਰ MLA ਰਿਹਾ ਇਹ ਔਰ ਇੱਕੋ ਇੱਕ ਬੰਦਾ ਕਰਨਾਟਕਾ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਜਿਹੜਾ ਇੰਨੇ ਵਾਰ ਵੱਖ-ਵੱਖ ਅਹੁਦਿਆਂ ਦੇ ਉੱਤੇ ਰਿਹਾ। 78 ਸਾਲ ਦੀ ਇਹਦੀ ਉਮਰ ਹੈ। ਭਾਰਤੀ ਜਨਤਾ ਪਾਰਟੀ ਦੇ ਵਿੱਚ ਨਰਿੰਦਰ ਮੋਦੀ ਨੂੰ ਦੇਖ ਕੇ ਸਾਰੇ ਮੁੱਖ ਮੰਤਰੀ ਕੁਰਸੀ ਛੱਡਦੇ ਆ, ਇਹ ਇਕੱਲਾ ਅੜਦਾ ਸੀ। ਸੋ ਜਿਹਦੇ ਕਰਕੇ ਇਹ ਤੋਂ ਖਫਾ ਖਾਂਦੇ ਸੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ। ਅੱਜ 2 ਸਾਲ ਪੂਰੇ ਹੋਏ ਨੇ ਕਰਨਾਟਕ ਦੇ ਵਿੱਚ ਇਹਦੀ ਸਰਕਾਰ ਬਣੀ ਨੂੰ ਔਰ 2 ਸਾਲ ਪੂਰੇ ਹੋਣ ਦੇ ਉੱਤੇ ਪਿਛਲੇ 1 ਹਫ਼ਤੇ ਤੋਂ ਜੇ ਨਾਟਕ ਚੱਲਿਆ ਆ ਰਿਹਾ ਸੀ, ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਤੂੰ ਅਸਤੀਫਾ ਦੇ, ਉਹ ਮੰਨਦਾ ਨਹੀਂ ਸੀ ਅਸਤੀਫਾ ਦੇਣ ਦੇ ਲਈ। ਅੱਜ ਉਹ ਰੋ ਪਿਆ ਵਿਧਾਨ ਸਭਾ ਦੇ ਵਿੱਚ ਅਸਤੀਫਾ ਦੇਣ ਤੋਂ ਪਹਿਲਾਂ ਔਰ ਉਹਨੇ ਅਸਤੀਫਾ ਦਿੱਤਾ। ਭਾਵੇਂ ਕਹਿਣ ਨੂੰ ਉਹ ਕਹਿ ਰਿਹਾ ਵੀ ਨਹੀਂ ਜੀ ਸਾਡੀ ਪਾਰਟੀ ਦੇ ਵਿੱਚ 75, ਉਹਨੂੰ ਕਿਹਾ ਇਹ ਗਿਆ ਗਿੱਲ ਸਾਹਿਬ ਬਹਾਨਾ ਇਹ ਲਾਇਆ ਵੀ 75 ਤੋਂ ਵੱਧ ਉਮਰ ਦੇ ਆਪਾਂ ਸੀਨੀਅਰ ਸਿਟੀਜ਼ਨ ਬਣਾਤੇ, ਉਹ ਪਾਰਟੀ ਦੇ ਵਿੱਚ ਕਿਸੇ ਅਹੁਦੇ ਦੇ ਉੱਤੇ ਨਹੀਂ ਰਹਿ ਸਕਦੇ, ਉਹ ਕਿਸੇ ਜ਼ਿੰਮੇਵਾਰੀ 'ਚ ਨਹੀਂ ਰਹਿ ਸਕਦੇ। ਇਸੇ ਤਰੀਕੇ ਨਾਲ ਅਡਵਾਨੀ ਨੂੰ ਪਾਸੇ ਕੀਤਾ ਸੀ, ਇਸੇ ਤਰੀਕੇ ਨਾਲ ਸੁਸ਼ਮਾ ਸਵਰਾਜ ਨੂੰ ਪਾਸੇ ਕੀਤਾ ਸੀ। ਸੋ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੇ ਇਹਨਾਂ ਨੇ ਪਾਸੇ ਕਰਤੇ, ਇਹਨਾਂ ਦੇ ਹੱਥ ਇਹ ਇੱਕ ਨਵੀਂ ਗਿੱਦੜ ਸਿੰਘੀ ਆਈ ਹੋਈ ਆ ਜੀ। ਉੱਤਰਾਖੰਡ ਦਾ ਮੁੱਖ ਮੰਤਰੀ ਉਹਦੇ ਸਵਾਗਤ ਵਾਲੇ ਸਮਾਰੋਹ ਦੇ ਵਿੱਚ ਕੁਛ ਕੀ ਹੋ ਗਿਆ ਜਿਹਦਾ ਰੇੜਕਾ ਪਿਆ ਜੀ?
ਜੀ ਜੀ, ਇਹ ਉੱਤਰਾਖੰਡ ਦੇ ਵਿੱਚ ਵੀ ਨਵਾਂ ਮੁੱਖ ਮੰਤਰੀ ਭਾਜਪਾ ਵਾਲਿਆਂ ਨੇ ਚੁਣਿਆ ਇਸੇ ਹਫ਼ਤੇ। ਔਰ ਇਹ ਜਿਹੜਾ ਨਵਾਂ ਮੁੱਖ ਮੰਤਰੀ ਚੁਣਿਆ ਪੁਸ਼ਕਰ ਸਿੰਘ ਧਾਮੀ, ਇਹ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਗਿਆ ਗਿੱਲ ਸਾਹਿਬ। ਉੱਥੇ ਦੇ ਸਵਾਗਤ ਦੇ ਲਈ ਨਾਚ ਗਾਣਾ ਕੀਤਾ ਗਿਆ, ਨ੍ਰਿਤ ਕੀਤਾ ਗਿਆ ਕੁੜੀਆਂ ਦੇ ਵੱਲੋਂ ਪਹਿਲਾਂ ਤਾਂ। ਉਸ ਤੋਂ ਬਾਅਦ ਗਿੱਲ ਸਾਹਿਬ ਜਦੋਂ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਤਾਂ ਫਿਰ ਵੀ ਮਰਿਆਦਾ ਨੂੰ ਲੰਘ ਕੇ, ਕਿਉਂਕਿ ਪਹਾੜੀ ਪੋਸ਼ਾਕ ਦੇ ਵਿੱਚ ਕੁੜੀਆਂ ਨੇ ਪਹਿਲਾਂ ਨ੍ਰਿਤ ਕੀਤਾ ਗੁਰਦੁਆਰਾ ਸਾਹਿਬ ਦੇ ਅੰਦਰ। ਉਸ ਤੋਂ ਬਾਅਦ ਜਦੋਂ ਇਹਨੂੰ ਸਨਮਾਨਿਤ ਕੀਤਾ ਗਿਆ, ਸਨਮਾਨਿਤ ਵੀ ਵੱਖਰੇ ਢੰਗ ਦੇ ਨਾਲ ਕੀਤਾ ਗਿਆ। ਗੁਰਬਾਣੀ ਨੂੰ ਰੋਕ ਦਿੱਤਾ ਗਿਆ ਔਰ ਗੁਰਦੁਆਰਾ ਕੈਂਪਸ ਦੇ ਵਿੱਚ ਹੀ ਸਨਮਾਨਿਤ ਕਰਨ ਸਮੇਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦੇ ਨਾਅਰੇ ਲੱਗੇ। ਔਰ ਇਸ ਤੋਂ ਇਲਾਵਾ ਗਿੱਲ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੇਲੇ ਮੁੱਖ ਮੰਤਰੀ ਨੂੰ ਸਰੋਪਾ ਤੇ ਸ੍ਰੀ ਸਾਹਿਬ ਦੇ ਨਾਲ ਚਾਂਦੀ ਦਾ ਮੁਕਟ ਦਿੱਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਮਰਿਆਦਾ ਦੀ ਲੰਘਣਾ ਹੋਈ ਆ, ਇਹਦੀ ਚੌਂ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਆ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਵਿਸ਼ੇ ਦੇ ਉੱਤੇ ਇੱਕ 3 ਮੈਂਬਰੀ ਕਮੇਟੀ ਦਾ ਗਠਨ ਆ ਜਿਹੜਾ ਉਹ ਕੀਤਾ ਗਾ, ਜਿਹੜੀ ਹੁਣ ਘਟਨਾ ਦੀ ਜਾਂਚ ਹੈ ਜਿਹੜੀ ਕਰੂਗੀ। ਵੀਡੀਓਜ਼ ਬਹੁਤ ਵਾਇਰਲ ਹੋਈਆਂ ਇਸ ਮਸਲੇ ਦੀਆਂ ਵੈਸੇ ਜੀ ਗਿੱਲ ਸਾਹਿਬ। 2019 ਚ ਬਾਂਸੋ ਤੋਂ ਆਈ ਨਾ ਦਰਾਮੂਰੋਂ ਲੰਘਦੀ ਖੜ ਕੇ ਢਾਕਾਂ ਤੇ ਹੱਥ ਰੱਖ ਕੇ ਮੈਨੂੰ ਕਹਿੰਦੀ, ਜਦ ਤੂੰ ਕੈਨੇਡਾ ਗਿਆ ਸੀ ਤੇਰੇ ਬੈਂਡ ਕਿੰਨੇ ਆਏ ਸੀ? ਮੈਂ ਕਿਹਾ ਤਾਈ 4 ਬੋਰ ਨੇ 4 ਬੈਂਡ। ਕਹਿੰਦੀ ਨਾ ਪਾਣੀ ਵਾਲੇ ਨਹੀਂ, ਅੰਗਰੇਜ਼ੀ ਵਾਲੇ। IELTS ਦਾ ਬੜਾ ਰੌਲਾ ਪੈਂਦਾ ਬੀਬੀਆਂ ਨੂੰ, ਜਿਨ੍ਹਾਂ ਨੂੰ ਵਿਚਾਰੀਆਂ ਨੂੰ ਪਤਾ ਨਹੀਂ 2 ਸ਼ਬਦ, ਉਹ ਇੱਕ ਬੈਂਡ ਇੱਕ ਫੈਲ, ਉਹ ਬਹੁਤ ਲਵਾਉਂਦੀਆਂ ਨੇ। ਫੈਲ ਲੱਗ ਗਈ, ਫੈਲ ਲੱਗੀ ਨਹੀਂ, ਪਿੰਡ ਬੈਠੀਆਂ ਵਿਚਾਰੀਆਂ ਕਹੀ ਜਾਂਦੀਆਂ ਨੇ। IELTS ਦੇ ਕੁਛ ਅੰਕੜੇ ਨੇ ਤੁਹਾਡੇ ਕੋਲ, ਕੀ ਨੇ ਜੀ ਉਹ? ਜੀ ਜੀ ਗਿੱਲ ਸਾਹਿਬ, ਇਹ ਪਹਿਲੀ ਵਾਰ ਅੰਕੜੇ ਨੇ ਜਿਹੜੇ ਉਹ ਆਏ ਨੇ ਕਿ ਪੰਜਾਬ ਦੇ ਵਿੱਚੋਂ ਲਗਾਤਾਰ ਨੌਜਵਾਨਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਆ ਰਹੇ ਨੇ। ਪਿਛਲੇ 5 ਸਾਲਾਂ 'ਚ 2,62,000 ਜਿਹੜਾ ਵਿਦਿਆਰਥੀ ਆ ਉਹ ਪੜ੍ਹਨ ਦੇ ਲਈ ਵਿਦੇਸ਼ ਆ ਗਿਆ। ਭਾਰਤ ਦੇ ਵਿੱਚੋਂ 2019 ਦੇ ਵਿੱਚ ਤਾਂ ਪਹਿਲਾ ਨੰਬਰ ਆ ਪੰਜਾਬੀਆਂ ਦਾ। 2016 ਤੋਂ ਜੇ ਆਪਾਂ ਦੇਖੀਏ ਅੰਕੜੇ ਤਾਂ 2016 ਦੇ ਵਿੱਚ ਇੱਕ ਸਾਲ ਦੇ ਵਿੱਚ 36,743 ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਆਏ। 2017 ਚ ਆਈਲੈਟਸ ਕਰਕੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ 52,160 ਸੀ। 2018 ਦੇ ਵਿੱਚ ਇਹਨਾਂ ਦੀ ਗਿਣਤੀ ਵੱਧ ਕੇ 60,331 ਹੋ ਗਈ। 2019 ਚ ਵੱਧ ਕੇ 73,574 ਹੋ ਗਈ। 2020 ਚ ਗਿੱਲ ਸਾਹਿਬ ਲਾਕਡਾਊਨ ਲੱਗ ਗਿਆ, ਫਿਰ ਗਿਣਤੀ ਘਟ ਗਈ, 33,413 ਰਹਿ ਗਈ। 2021 ਦੇ ਵਿੱਚ ਤਾਂ ਹੁਣ ਸ਼ੁਰੂ ਨਹੀਂ ਹੋਇਆ, 2 ਮਹੀਨੇ ਚੱਲਿਆ। 2 ਮਹੀਨਿਆਂ ਚ ਲਗਭਗ 5,791 ਸਟੱਡੀ ਵੀਜ਼ੇ ਨੇ ਜਿਹੜੇ ਉਹ ਲੈ ਕੇ ਨੌਜਵਾਨ ਜਹਾਜ਼ ਦੀ ਟਾਕੀ ਨੂੰ ਹੱਥ ਪਾ ਗਏ। ਸੋ ਇਹ ਲਗਾਤਾਰ 2017 ਚ ਪੰਜਾਬ ਚੋਂ ਹਰ ਰੋਜ਼ 142 ਵਿਦਿਆਰਥੀ ਵਿਦੇਸ਼ ਪੜ੍ਹਨ ਦੇ ਲਈ ਜਾ ਰਹੇ ਸੀਗੇ। 55 ਲੱਖ ਘਰ ਆ ਆਪਣੇ ਪੰਜਾਬ ਦੇ ਵਿੱਚ। ਜਿਹੜੇ ਅੰਕੜੇ ਆ ਰਹੇ ਨੇ ਉਹਦੇ ਹਿਸਾਬ ਨਾਲ ਤਾਂ ਹਰ 20ਵੇਂ ਘਰ ਦਾ ਨੌਜਵਾਨ ਆ ਜਿਹੜਾ ਉਹ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਪੜ੍ਹਨ ਚਲਿਆ ਗਿਆ। ਇਹ ਜਿਹੜੇ ਘਰਾਂ ਦੀ ਗਿਣਤੀ ਹੈ ਵਿੱਚ ਸ਼ਹਿਰ ਲੱਗੇ ਹੋਏ ਨੇ। ਜੇ ਮੈਂ ਕਹਿੰਦਾ ਆਪਣੇ ਪਿੰਡਾਂ ਦੀ ਗਿਣਤੀ ਕਰਨੀ ਹੋਵੇ ਨਾ, ਪਿੰਡਾਂ ਦੇ ਵਿੱਚੋਂ ਤਾਂ ਗਿੱਲ ਸਾਹਿਬ ਦੂਜਾ ਤੀਜਾ ਘਰ ਹੀ ਆਉਂਦਾ। ਕਹਾਂ ਪਿੰਡ ਦੇ ਵਿੱਚੋਂ ਵੀ ਜੇ ਅੱਗੇ ਜਾ ਕੇ ਜੱਟ ਸਿੱਖ ਪਰਿਵਾਰਾਂ ਦਾ ਦੇਖਣਾ ਹੋਵੇ ਤਾਂ ਉਹਨਾਂ 'ਚ ਤਾਂ ਮੈਨੂੰ ਲੱਗਦਾ ਕੋਈ ਘਰ ਹੀ ਆ। ਨਹੀਂ ਤਾਂ ਜਿਹੜੀ ਤੁਹਾਡੇ ਵਾਲੀ ਗੱਲ ਆ, ਹਰੇਕ ਬੀਬੀ ਇਹੀ ਕਹਿੰਦੀ ਹੈ ਵੀ ਸਾਡੇ ਵਾਲੇ ਦੇ ਤਾਂ ਆ ਗਏ, ਤੁਹਾਡੇ ਵਾਲੇ ਦੇ ਆ ਗਏ ਕਿ ਨਹੀਂ ਆ ਗਏ। ਜੇ ਨਹੀਂ ਆਏ ਤਾਂ ਨੂੰਹ ਲੈ ਲਓ, ਲਾ ਦਿਓ 20-25 ਲੱਖ। ਸੋ ਇਹਦੇ ਨਾਲ ਜਿਹੜਾ ਇੱਕ ਵੱਡਾ ਫਰਕ ਪੈ ਰਿਹਾ ਕਿ 5 ਸਾਲ ਦੇ ਵਿੱਚ ਗਿੱਲ ਸਾਹਿਬ ਲਗਭਗ 4,000 ਕਰੋੜ ਰੁਪਈਆ ਗਾ ਜਿਹੜਾ ਉਹ ਫੀਸਾਂ 'ਚ ਹੀ ਲੰਘ ਗਿਆ। ਉਦੋਂ ਬਾਅਦ ਜਿਹੜੇ ਰੈਸਾ ਪਾ ਕੇ ਬਾਪੂ ਤੋਂ ਮੰਗਾ ਲਏ, ਬਾਪੂ ਗੱਡੀ ਲੈਣੀ ਆ, ਵੇਚਦੇ ਨੇ ਆਈ ਵਾਲਾ ਕਿੱਲਾ, ਉਹ ਵੱਖਰੇ ਨੇ। ਸੋ ਇਹ ਜਿਹੜਾ ਵਿਦੇਸ਼ਾਂ ਨੂੰ ਜਾ ਰਿਹਾ ਲਗਾਤਾਰ ਪੈਸਾ ਪੰਜਾਬ ਦੇ ਵਿੱਚੋਂ, ਔਰ ਇੱਥੇ ਨੌਕਰੀਆਂ ਹੈ ਨਹੀਂ, ਭਵਿੱਖ ਹੈ ਨਹੀਂ। ਘਰ ਨੌਕਰੀ ਦਾ ਵਾਅਦਾ ਤਾਂ ਕਪਤਾਨ ਸਾਹਿਬ ਨੇ ਕੀਤਾ ਸੀ, ਪਰ ਉਹਨਾਂ ਦੇ 4.5 ਸਾਲਾਂ ਦੇ ਮੈਂ ਅੰਕੜੇ ਦੱਸ ਕੇ ਹਟਿਆ ਕਿ ਉਹਨਾਂ ਦੇ 4.5 ਸਾਲਾਂ 'ਚ 3.25 ਲੱਖ ਨੌਜਵਾਨ ਆ ਜਿਹੜਾ ਉਹ ਵਿਦੇਸ਼ ਚਲਿਆ ਗਿਆ। ਜੇ ਘਰ ਰੁਜ਼ਗਾਰ ਦਿੱਤਾ ਹੁੰਦਾ, ਜੇ ਇੱਥੇ ਸਿਕਿਉਰਿਟੀ ਦਿੱਤੀ ਹੁੰਦੀ, ਨਸ਼ਿਆਂ ਨੂੰ ਖਤਮ ਕੀਤਾ ਹੁੰਦਾ, ਤਾਂ ਅੱਜ ਆਹ ਦਿਨ ਨਾ ਪੰਜਾਬ ਨੂੰ ਦੇਖਣੇ ਪੈਂਦੇ ਕਿ 4,000 ਕਰੋੜ ਰੁਪਇਆ ਫੀਸਾਂ 'ਚ ਹੀ ਪੰਜਾਬ 'ਚੋਂ ਜਾਂਦਾ। ਸੋ ਕੈਪਟਨ ਅਮਰਿੰਦਰ ਸਿੰਘ ਚਾਹੁੰਦਾ ਤਾਂ ਬਹੁਤ ਕੁਝ ਕਰ ਸਕਦਾ ਸੀ 4.5 ਸਾਲਾਂ ਦੇ ਦੌਰਾਨ, ਲੇਕਿਨ ਜਿਸ ਤਰੀਕੇ ਦੇ ਨਾਲ ਪਿਛਲਾ 10 ਸਾਲ ਦਾ ਬਾਦਲਾਂ ਦਾ ਕਾਰਜਕਾਲ ਰਿਹਾ ਉਹ ਜਿਹੀ ਇਹਨਾਂ ਦਾ ਰਿਹਾ। ਹੁਣ ਅੱਗੇ ਦੇਖੋ ਗਿੱਲ ਸਾਹਿਬ, ਇਹ ਵਰਤਾਰਾ ਰੁਕਦਾ ਜਾਂ ਵੱਧਦਾ ਜੀ। ਹੁਣ 4.5 ਸਾਲ ਸੀਤਾਫਲ ਤਾਂ ਖਾ ਲਏ, ਹੋਰ ਕੀ ਖਾਵੇ। ਸਰ ਨਵਕਿੰਨ ਸਿੰਘ ਜੀ, ਫਿਰ ਜਥੇਦਾਰ ਲੰਗਾਹ ਦੀ ਗੱਲ ਬਣੀ ਕੋਈ ਕਿ ਨਹੀਂ ਹਲੇ ਤੱਕ? ਜੀ 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 ਹਜੇ ਤੱਕ ਕੋਈ ਗੱਲ ਨਹੀਂ ਬਣੀ ਜੀ। 102 ਦਿਨ ਹੋ ਗਏ ਗਿੱਲ ਸਾਹਿਬ। ਵੈਸੇ 102 ਦਿਨਾਂ ਤੋਂ ਸੁੱਚਾ ਸਿੰਘ ਲੰਗਾਹ ਹਰ ਰੋਜ਼ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਿਹਾ ਹੈ, ਔਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਉਹ ਬੈਠਦਾ ਹੈ ਔਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ। ਉੱਥੇ ਬੈਠ ਕੇ ਜਿਹੜਾ ਗੁਰਬਾਣੀ ਸੁਣਦਾ ਹੈ, ਔਰ ਲਗਾਤਾਰ ਉਹ
ਸ਼ਾਮਲ ਹੋ ਰਿਹਾ ਹਰ ਰੋਜ਼। ਹੁਣ ਤਾਂ ਉਹ ਇਸ ਗੱਲ ਦੇ ਉੱਤੇ ਆ ਗਿਆ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਨੂੰ ਖਿਮਾ ਜਾਚਨਾ ਜਿਹੜੀ ਉਹ ਦਿੱਤੀ ਜਾਵੇ ਜੋ ਕੁਝ ਕੀਤਾ। ਲੇਕਿਨ ਸਵਾਲ ਗਿੱਲ ਸਾਹਿਬ ਉੱਥੇ ਖੜਾ ਗਾ ਵੀ ਅਦਾਲਤ ਦੇ ਵਿੱਚੋਂ ਤਾਂ ਬਚ ਗਿਆ, ਉੱਥੇ ਤਾਂ ਕਹਿਤਾ ਵੀ ਨਹੀਂ ਜੀ ਮੈਂ ਤਾਂ ਮਤਲਬ ਕੁਛ ਅਜਿਹਾ ਕੀਤਾ ਹੀ ਨਹੀਂ। ਤਾਂ ਜੇ ਫਿਰ ਕੀਤਾ ਨਹੀਂ ਤਾਂ ਫਿਰ ਉਹ ਖਿਮਾ ਜਾਚਨਾ ਕਾਹਦੀ ਕਰ ਰਿਹਾ। ਸੋ ਕਿਤੇ ਨਾ ਕਿਤੇ ਇੱਥੇ ਡਬਲ ਸਟੈਂਡਰਡ ਆ ਜਿਹੜਾ ਉਹ ਇਹਦਾ ਸਾਹਮਣੇ ਆ ਰਿਹਾ। ਪਰ ਹੁਣ ਤਾਂ ਉਹ ਇਹ ਕਹਿੰਦਾ ਗਿੱਲ ਸਾਹਿਬ ਸਾਰੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਭਾ, ਸੁਸਾਇਟੀਆਂ, ਸਿੱਖ ਸੰਗਤਾਂ, ਸਿੱਖ ਪੰਥ ਅੱਗੇ ਤਰਲਾ ਮਾਰਦਿਆਂ ਕਹਿੰਦਾ ਮੇਰਾ ਤਰਲਾ, ਮੇਰੀਆਂ ਮਿੰਨਤਾਂ, ਮੇਰੀ ਫਰਿਆਦ ਸਿੰਘ ਸਾਹਿਬਾਨ ਤੋਂ ਕਬੂਲ ਕਰਵਾਓ ਤੇ ਮੈਨੂੰ ਭੁੱਲੇ ਭਟਕੇ ਨੂੰ ਮਾਫੀ ਦਵਾ ਕੇ ਪੰਥ 'ਚ ਮੁੜ ਸ਼ਾਮਲ ਕੀਤਾ ਜਾਵੇ। ਉਹ ਕਹਿੰਦਾ ਹੁਣ ਤੱਕ ਮੇਰੇ ਬਜ਼ੁਰਗ ਮਾਤਾ ਪਿਤਾ ਤੇ ਮੈਂ ਕਈ ਵਾਰ ਭੁੱਲਾਂ ਚੁੱਕਾਂ ਲਈ ਖਿਮਾ ਜਾਚਨਾ ਕਰ ਚੁੱਕਿਆ। ਔਰ ਕਹਿੰਦਾ ਮੇਰੇ ਮਾਤਾ ਪਿਤਾ 90 ਸਾਲ ਦੇ ਬਜ਼ੁਰਗ ਨੇ ਤੇ ਉਹਨਾਂ ਦੀ ਸਿਹਤ ਦਾ ਕੋਈ ਭਰੋਸਾ ਨਹੀਂ। ਕਹਿੰਦਾ ਮੇਰੀ ਬਜ਼ੁਰਗ ਮਾਤਾ ਪਿਤਾ ਹਰ ਰੋਜ਼ ਮੇਰੇ ਮੂੰਹ ਕਣੀ ਦੇਖਦੇ ਨੇ ਕਿ ਸਾਡੇ ਪੁੱਤ ਨੂੰ ਮਾਫੀ ਮਿਲ ਜਾਵੇਗੀ ਤੇ ਸਾਡੇ ਜਿਉਂਦੇ ਜੀ ਸਾਡਾ ਪੁੱਤਰ ਪੰਥ 'ਚ ਮੁੜ ਸ਼ਾਮਲ ਕਰ ਲਿਆ ਜਾਵੇਗਾ। ਤੋ ਕਿਤੇ ਨਾ ਕਿਤੇ ਇਮੋਸ਼ਨਲ ਵੀ ਜਿਹੜਾ ਸੁੱਚਾ ਸਿੰਘ ਲੰਗਾਹ ਹੋਰੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੋ ਲਗਾਤਾਰ ਜਾ ਰਹੇ ਨੇ ਜੀ। ਅਜੇ ਤੱਕ ਗਿੱਲ ਸਾਹਿਬ ਜਿਹੜੀ ਮੈਨੂੰ ਗੱਲ ਲੱਗਦੀ ਹੈ ਕਿ ਉੱਪਰੋਂ ਇਸ਼ਾਰਾ ਨਹੀਂ ਹੋਇਆ, ਅਜੇ ਤੱਕ ਉਸ ਪਰਿਵਾਰ ਦਾ ਇਸ਼ਾਰਾ ਨਹੀਂ ਹੋਇਆ ਜਿਸ ਪਰਿਵਾਰ ਦੇ ਇਸ਼ਾਰੇ ਦੇ ਉੱਤੇ ਸਾਰਾ ਮਸਲਾ ਗਾ ਜਿਹੜਾ ਉਹ ਹੁਣ ਤੱਕ ਸੈੱਟ ਕੀਤਾ ਜਾ ਸਕਦਾ ਸੀ। ਸੋ ਕਿਤੇ ਨਾ ਕਿਤੇ ਉੱਥੇ ਲੱਗਦੀ ਹੈ ਜੀ ਇਹਦੀ ਕਮੀ ਜੀ। ਹਲੇ ਬਾਦਲ ਉਹਨਾਂ ਨੇ ਜਥੇਦਾਰ ਨੂੰ ਕਰਨ ਨੂੰ ਨਹੀਂ ਕਿਹਾ, ਹਲੇ ਐਂ ਕਿਹਾ ਜਥੇਦਾਰ ਜੀ ਫਿਰ ਦੇਖ ਲਿਓ ਜੀ, ਫਿਰ ਜੀ ਹਲੇ ਤੱਕ ਉਹ ਨਹੀਂ ਕਿਹਾ SSP ਸਾਹਿਬ ਮੈਂ ਇਹਨੂੰ ਭੇਜ ਰਿਹਾ ਜੀ, ਬੇਨਤੀ ਆ ਜੀ ਇਹਨੂੰ ਦੇਖ ਲਿਓ ਜੀ ਥੋੜ੍ਹਾ ਬਹੁਤਾ। ਇੱਕ ਇਹ ਸ਼ਬਦ ਆ, ਇਹ ਕਰੇ ਦਿਓ ਜੀ, ਫਿਰ ਇਹ ਦੂਜਾ ਸ਼ਬਦ। ਸੋ ਹਲੇ ਕਰਨ ਵਾਲੀ ਨਹੀਂ ਗੱਲ ਕਹੀ। 91 ਹਾਈਵੇ ਜਿਹੜਾ ਜਾ ਰਿਹਾ ਆਪਣਾ ਵੈਨਕੂਵਰ ਨੂੰ, ਨੰਬਰ 8 ਰੋਡ ਤੇ ਦੇ ਓਵਰਪਾਸ ਥੱਲੇ ਗੱਡੀ ਨੂੰ ਲੱਗੀ ਅੱਗ, ਬੈਕਅਪ ਆ ਐਲੈਕਸ ਫਰੇਜ਼ਰ ਤੱਕ। ਅੱਛਾ, ਦਰਵੇਸ਼ ਸਿਆਸਤਦਾਨ ਜਿਨ੍ਹਾਂ ਦੀ ਅਚਨਚੇਤ ਮੌਤ ਹਲੇ ਤੱਕ ਪੰਥਕ ਲੋਕਾਂ ਨੂੰ, ਇਨਸਾਫ ਪਸੰਦ ਲੋਕਾਂ ਨੂੰ ਹਲੇ ਤੱਕ ਖੌਫ ਬਣੀ ਆ ਵੀ ਜਥੇਦਾਰ ਖੁੱਡੀਆਂ ਨੂੰ ਹੋਇਆ ਕੀ ਸੀ। ਚੜ੍ਹਦੀ ਕਲਾ ਦੇ ਲੰਬੀ ਇਲਾਕੇ ਦੇ ਬਾਦਲਾਂ ਦੇ ਇਲਾਕੇ ਦੇ ਜਥੇਦਾਰ ਸੀ। ਉਹਨਾਂ ਦੇ ਸਪੁੱਤਰ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਉਹ ਵੀ ਦਰਵੇਸ਼ ਨੇ। ਉਹਨਾਂ ਦੇ ਅਗਲੇ ਇੱਕ ਹੋਰ ਪੁੱਤਰ ਹਰਮੀਤ ਸਿੰਘ ਖੁੱਡੀਆਂ ਇੱਥੇ ਕੰਮ ਕਰਦੇ ਨੇ, ਕਾਰੋਬਾਰੀ। ਉਹਨਾਂ ਨੂੰ ਅਸੀਂ ਹੱਸਦੇ ਹੁੰਦੇ ਵੀ ਤੁਸੀਂ ਉੱਥੇ ਸਿਆਸਤਦਾਨ ਚਾਹੀਦੇ ਸੀ, ਗੁਰਮੀਤ ਸਿੰਘ ਖੁੱਡੀਆਂ ਇੱਥੇ ਚਾਹੀਦਾ ਸੀ। ਸਾਊ ਪਰਿਵਾਰ ਹੈ ਤੇ ਹੁਣ ਆਮ ਆਦਮੀ ਪਾਰਟੀ 'ਚ ਜਾ ਵੜੇ ਜਦ ਪੁੱਛਿਆ ਹੀ ਨਹੀਂ। ਬਾਦਲ ਆਪਣੇ ਕੈਪਟਨ ਉਹਨਾਂ ਨੇ ਮਾੜੀ ਕੀਤੀ ਗੁਰਮੀਤ ਸਿੰਘ ਖੁੱਡੀਆਂ ਨਾਲ ਤੇ ਹੁਣ ਫਿਰ ਆਮ ਆਦਮੀ ਪਾਰਟੀ ਵੱਲੋਂ ਲੰਬੀ ਤੋਂ ਲੜਨਗੇ ਚੋਣ ਫਿਰ। ਜੀ ਗਿੱਲ ਸਾਹਿਬ, ਇਹ ਲਗਭਗ ਕਲੀਅਰ ਹੈ ਕਿਉਂਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਬਹੁਤ ਇਸ ਖੇਤਰ ਦੇ ਵਿੱਚ ਚੜ੍ਹਾਈ ਰਹੀ ਹੈ। 1999 ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਬਣਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਮੌਤ ਦਾ ਰਹੱਸ ਅਜੇ ਤੱਕ ਨਹੀਂ ਪਤਾ ਲੱਗਿਆ। ਉਹਨਾਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਉਹ ਕਾਂਗਰਸ ਪਾਰਟੀ ਦੇ ਵਿੱਚ ਬਾਦਲਾਂ ਦੇ ਖਿਲਾਫ ਸਭ ਤੋਂ ਵੱਧ ਬੋਲਦੇ ਰਹੇ। ਇਹ ਗੱਲ ਸੌਖੀ ਨਹੀਂ ਹੁੰਦੀ ਗਿੱਲ ਸਾਹਿਬ ਕਿ ਲੰਬੀ ਇਲਾਕੇ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਦੌਰਾਨ ਵੀ ਥਾਣੇਦਾਰ DSP ਪੁੱਛ ਕੇ ਲੱਗਦੇ ਹੁਣ ਬਾਦਲਾਂ ਤੋਂ, ਉਸ ਖੇਤਰ ਦੇ ਵਿੱਚ ਉਹਨੇ 14-15 ਸਾਲ ਬਾਦਲਾਂ ਦੇ ਨਾਲ ਚੰਗੀ ਟੱਕਰ ਲੈਂਦਾ ਰਿਹਾ। 2017 ਦੇ ਵਿੱਚ ਜਦੋਂ ਸੀਟਾਂ ਦੀ ਅਨਾਊਂਸਮੈਂਟ ਹੋਈ ਤਾਂ ਸਭ ਤੋਂ ਪਹਿਲਾਂ ਇਹ ਅਨਾਊਂਸ ਕੀਤਾ ਗਿਆ ਕਿ ਗੁਰਮੀਤ ਸਿੰਘ ਖੁੱਡੀਆਂ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਲੰਬੀ ਹਲਕੇ ਤੋਂ ਚੋਣ ਲੜਨਗੇ। ਉਸ ਤੋਂ ਬਾਅਦ ਐਨ ਮੌਕੇ ਦੇ ਉੱਤੇ ਆ ਕੇ ਜਦੋਂ ਪੱਤਰਕਾਰ ਜਰਨੈਲ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਉਮੀਦਵਾਰ ਬਣ ਗਿਆ, ਫਿਰ ਬਾਦਲ ਨੂੰ ਜਿਤਾਉਣ ਦੇ ਲਈ ਦੱਸਦੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਮੈਂ ਚੋਣ ਲੜੂ ਔਰ ਗੁਰਮੀਤ ਸਿੰਘ ਖੁੱਡੀਆਂ ਨੂੰ ਕਹਿਤਾ ਵੀ ਤੂੰ ਮੇਰਾ ਕਵਰਿੰਗ ਉਮੀਦਵਾਰ ਬਣ। ਉਹਨੂੰ ਕਵਰਿੰਗ ਉਮੀਦਵਾਰ ਬਣਾ ਲਿਆ, ਆਪ ਚੋਣ ਲੜੀ। ਅੱਜ ਦੱਸਦਾ ਗੁਰਮੀਤ ਸਿੰਘ ਖੁੱਡੀਆਂ ਜਦੋਂ ਆਮ ਆਦਮੀ ਪਾਰਟੀ 'ਚ ਜੁਆਇਨ ਕੀਤਾ, ਕਹਿੰਦਾ ਚੋਣ ਢੰਗ ਨਾਲ ਨਹੀਂ ਲੜੀ, ਚੋਣ ਲੜਨ ਦੇ ਢੰਗ ਨਾਲ ਲੜੀ ਹੋਈ ਨਹੀਂ, ਸਿਰਫ ਇੱਕ ਫਾਰਮੈਲਿਟੀ ਸੀਗੀ। ਸੋ ਕਾਂਗਰਸ ਪਾਰਟੀ ਦੇ ਵਿੱਚ ਉਹਨੂੰ ਤਵੱਜੋ ਨਹੀਂ ਦਿੱਤੀ ਗਈ ਜੀ। ਦੋਨੇ ਪਰਿਵਾਰ ਜਿਹੜੀ ਨਵਜੋਤ ਸਿੰਘ ਸਿੱਧੂ ਵੀ ਬਠਿੰਡੇ ਦੀ ਸਟੇਜ ਤੋਂ ਖੜ ਕੇ 75-25 ਵਾਲੀ ਗੱਲ ਕਰਦਾ ਸੀ, ਉਹ ਸਾਰੇ ਕਸ਼ ਤੋਂ ਅੱਕਿਆ ਹੋਇਆ ਗੁਰਮੀਤ ਸਿੰਘ ਖੁੱਡੀਆਂ ਜਿਸ ਦਿਨ ਨਵਜੋਤ ਸਿੰਘ ਸਿੱਧੂ ਸਹੁੰ ਚੱਕ ਰਿਹਾ ਸੀ ਉਸੇ ਦਿਨ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਿਆ ਸੀ। ਲੇਕਿਨ ਅੱਜ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਜੀ। ਸੋ ਹੁਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਊਗਾ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਜੀ। ਅੱਛਾ ਜੀ, ਤੇ ਸੁਖਬੀਰ ਸਿੰਘ ਬਾਦਲ ਨੂੰ ਕੀ ਕਹਿੰਦੇ, ਇਕੱਠੇ ਹੋਵੋ ਵੀ ਭਾਜਪਾ ਨੂੰ ਹਰਾਉਣਾ ਹੁਣ। ਜੀ ਗਿੱਲ ਸਾਹਿਬ, ਹੁਣ ਸੁਖਬੀਰ ਸਿੰਘ ਬਾਦਲ ਖੇਤਰੀ ਪਾਰਟੀਆਂ ਦੀ ਇਕੱਠੇ ਕਰਨ ਦੀ ਗੱਲ ਆ ਜਿਹੜੀ ਉਹ ਕਰ ਰਿਹਾ, ਕਿਉਂਕਿ ਇਹ ਚਾਹੁੰਦੇ ਨੇ ਕਿ ਪੰਜਾਬ, ਹਰਿਆਣਾ ਤੇ ਦਿੱਲੀ ਇਹ 3 ਸੂਬਿਆਂ 'ਚ ਇਹਨਾਂ ਨੂੰ ਲੱਗਦਾ ਹੈ ਸ਼ੁਰੂ ਤੋਂ ਕਿ ਅਕਾਲੀ ਦਲ ਮਜ਼ਬੂਤ ਹੋ ਸਕਦਾ ਗਾ।
ਲੇਕਿਨ ਹਕੀਕਤ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਮਜ਼ਬੂਤ ਹੋਣ ਹੀ ਨਹੀਂ ਦਿੱਤਾ। ਨਹੀਂ ਤਾਂ ਘੱਟੋ ਘੱਟ ਇਹ 3 ਸੂਬਿਆਂ ਦੇ ਵਿੱਚ ਤਾਂ ਇਹਨਾਂ ਦੀ ਚੜ੍ਹਤ ਹੋ ਸਕਦੀ ਸੀ ਗਿੱਲ ਸਾਹਿਬ। ਔਰ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਨੂੰ ਭੇਜਿਆ ਸੀ ਪਾਰਟੀ ਜੁਆਇਨ ਕਰਾ ਆਪਣੀ ਖਾਸੇ ਬੰਦਿਆਂ ਨੂੰ, ਉੱਥੇ ਆਪਣੀ ਪਾਰਟੀ ਮਜ਼ਬੂਤ ਕਰ। ਕਹਿੰਦਾ ਜੀ ਕਰਦਾ ਮਜ਼ਬੂਤ। ਪਾਰਟੀ ਮਜ਼ਬੂਤ ਕਰਦਾ ਕਰਦਾ ਪਤਾ ਇਹਨਾਂ ਨੂੰ ਉਦੋਂ ਲੱਗਿਆ ਜਦੋਂ ਉੱਥੇ ਮੰਤਰੀ ਦੀ ਸਹੁੰ ਚੱਕ ਲਈ। ਤਾਂ ਕਿਤੇ ਨਾ ਕਿਤੇ ਹੁਣ ਵੀ ਇਸੇ ਹਾਲਤ ਦੇ ਵਿੱਚ ਹੀ ਨੇ ਇਹ। ਇਹਨਾਂ ਨੇ ਮਾਇਆਵਤੀ ਦੇ ਨਾਲ ਗੱਠਜੋੜ ਕੀਤਾ ਪੰਜਾਬ ਦੇ ਵਿੱਚ, ਔਰ ਇਹ ਚਾਹੁੰਦੇ ਨੇ ਕਿ ਉੱਤਰ ਪ੍ਰਦੇਸ਼ ਦੀਆਂ ਕੁਝ ਹੋਰ ਪਾਰਟੀਆਂ ਨਾਲ ਗੱਠਜੋੜ ਕਰਨ ਤੇ 1-2 ਸੀਟਾਂ ਜਾ ਕੇ ਉੱਤਰ ਪ੍ਰਦੇਸ਼ 'ਚ ਵੀ ਭਾਲਣਗੇ, ਜਿਵੇਂ ਦਿੱਲੀ 'ਚ ਭਾਲਦੇ ਰਹੇ ਆ ਭਾਜਪਾ ਤੋਂ। ਤਾਂ ਇਸ ਕਰਕੇ ਗਿੱਲ ਸਾਹਿਬ ਇਹਨਾਂ ਦੀ ਇੱਛਾ ਇਹ ਹੈਗੀ ਕਿ ਨੈਸ਼ਨਲ ਲੈਵਲ ਦੇ ਉੱਤੇ ਕੋਈ ਅਲਾਇੰਸ ਹੋਵੇ ਜਿਹੜਾ ਕਾਂਗਰਸ ਤੇ ਭਾਜਪਾ ਤੋਂ ਬਿਨਾਂ ਹੋਵੇ। ਜਿੰਨੀਆਂ ਖੇਤਰੀ ਪਾਰਟੀਆਂ ਨੇ ਉਹ ਸਾਰੀਆਂ ਇਕੱਠੀਆਂ ਕਰੀਏ ਔਰ ਫਿਰ ਅੱਗੇ ਨੂੰ ਵਧੀਏ। ਲੇਕਿਨ ਉਹ ਮੌਕਾ ਇਹ ਲੰਘਾ ਚੁੱਕੇ ਆ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਇਹੀ ਕੰਮ ਕੀਤਾ ਹੁੰਦਾ ਭਾਜਪਾ ਛੱਡ ਕੇ ਤਾਂ ਸ਼ਾਇਦ ਅੱਜ ਵਾਲੀ ਸਥਿਤੀ ਇਹਨਾਂ ਦੀ ਨਾ ਬਣਦੀ ਜੀ। ਤੇ ਅਖੀਰ ਦੇ ਵਿੱਚ ਨਵਜੋਤ ਸਿੱਧੂ ਦੀ ਕੋਈ ਖਬਰ ਜੇ ਸੁਣਾ ਜਾਓ ਅੱਧਾ ਮਿੰਟ। ਗਿੱਲ ਸਾਹਿਬ ਇੱਕ ਤਾਂ ਇਹ ਹੈ ਕਿ ਨਵਜੋਤ ਸਿੱਧੂ ਦੇ ਜਿਹੜੇ ਨਾਲਲੇ ਜਿਹੜੇ ਪਿਛਲੇ ਦਿਨਾਂ 'ਚ ਬਹੁਤ ਨਵਜੋਤ ਸਿੱਧੂ ਦੇ ਪੱਖ ਦੇ ਵਿੱਚ ਬੋਲਦੇ ਸੀ, ਇੱਕ ਤਾਂ ਬਾਘੇ ਪੁਰਾਣੇ ਵਾਲਾ MLA, ਪਤਾ ਲੱਗਿਆ ਕਿ ਉਹਨਾਂ ਤੇ ਸਕੰਜਾ ਕੱਸਤਾ। ਇੱਕ ਤਾਂ ਕ੍ਰਸ਼ਰਾਂ ਦੇ ਮਾਮਲੇ ਦੇ ਵਿੱਚ, ਮਾਈਨਿੰਗ ਵਾਲੇ ਮਾਮਲੇ ਦੇ ਵਿੱਚ ਇਹਦੇ ਨਾਲਦਿਆਂ ਦੇ ਉੱਤੇ, ਤੇ ਹੋਰ ਬਹੁਤ ਸਾਰੇ ਸਕੰਜੇ ਨੇ ਜਿਹੜੇ ਕੱਸੇ ਜਾ ਰਹੇ ਨੇ। ਬਾਕੀ ਇਹ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਕਾਂਗਰਸ ਦੀ ਸਥਿਤੀ ਬਣੀ ਹੋਈ ਹੈ ਇਸ ਵਕਤ, ਗਿੱਲ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਬੇਰੁਜ਼ਗਾਰ ਉਹ ਮੁੰਡਾ 128 ਦਿਨ ਹੋ ਗਏ ਉਹ 200 ਫੁੱਟ ਉੱਚੇ ਟਾਵਰ ਤੇ ਚੜਿਆ ਬੈਠਾ, ਔਰ ਬੇਰੁਜ਼ਗਾਰਾਂ ਦੇ ਪੱਕੇ ਧਰਨੇ ਚੱਲ ਰਹੇ ਨੇ। ਕੱਚੇ ਮੁਲਾਜ਼ਮ ਸੜਕਾਂ ਤੇ ਨੇ, ਪੈਨਸ਼ਨਰ ਤੇ ਪੱਕੇ ਮੁਲਾਜ਼ਮ 29 ਜੁਲਾਈ ਨੂੰ ਪਟਿਆਲਾ ਦੀਆਂ ਸੜਕਾਂ ਤੇ ਗੂੰਜਣਗੇ। ਸਾਰੇ ਮਸਲੇ 'ਚੋਂ ਕੁੱਲ ਵਰਗ ਨਾਰਾਜ਼ ਆ ਸਰਕਾਰ ਤੋਂ, ਕੋਈ ਵਾਅਦਾ ਪੂਰਾ ਨਹੀਂ ਕੀਤਾ। ਨਵਜੋਤ ਸਿੰਘ ਸਿੱਧੂ ਕੀ ਇਹ ਮਸਲਾ ਸੈੱਟ ਕਰ ਪਾਊ ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊ। ਲੇਕਿਨ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਦੇ ਹੁੰਦਿਆਂ ਕੋਈ ਬਹੁਤੀ ਚੱਲਤ ਆ ਜਿਹੜੀ ਸਰਕਾਰ ਦੇ ਵਿੱਚ ਇਹਨਾਂ ਦੀ ਬਣੂਗੀ ਜੀ। ਧੰਨਵਾਦ ਜੀ। ਕੱਲ ਨੂੰ 9:15 ਵਜੇ ਫੇਰ ਕਰਦੇ ਹਾਂ ਦਰਸ਼ਨ ਤੇ ਕਰਾਂਗੇ ਗੱਲਾਂ ਬਾਤਾਂ। ਖਿਆਲ ਰੱਖਣਾ ਆਪਣਾ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ। ਹੁਣ ਮੇਰੇ ਨਾਲ CWC ਤੋਂ ਅਮਨ ਖਹਿਰਾ ਜੀ ਨੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ। ਲੇਟੈਸਟ ਜਿਹੜੀਆਂ ਅਨਾਊਂਸਮੈਂਟਸ ਹੋਈਆਂ ਨੇ ਮਿਨਿਸਟਰ ਆਫ ਇਮੀਗ੍ਰੇਸ਼ਨ ਵੱਲੋਂ 30,000 ਐਪਲੀਕੇਸ਼ਨ ਲੈਣੀ ਆ, ਉਹਨਾਂ ਦਾ ਕੀ ਮਤਲਬ ਹੈ। ਜਿਹੜੇ ਇੱਥੇ ਆਏ ਬੈਠੇ ਨੇ ਬਜ਼ੁਰਗ, ਜਿਹੜੇ ਜਿਨ੍ਹਾਂ ਨੂੰ ਜਵਾਕ ਹਰ ਰੋਜ਼ ਸਵੇਰੇ ਅਰਦਾਸ ਕਰਦੇ ਕਿਤੇ ਢਿੱਲੇ ਮੱਸੇ ਨਾ ਹੋ ਜਾਓ, ਕਵਰੇਜ ਹੈ ਨਹੀਂ, ਉਹਨਾਂ ਦਾ 2-2 ਸਾਲ ਹੋ ਗਏ ਪੂਲ 'ਚ ਨਾਂ ਨਹੀਂ ਆਇਆ, ਉਹਨਾਂ ਦੀ ਗੱਲ। ਤੇ ਰਿਫਿਊਜ਼ਲ ਜਿਹੜਾ ਹੋ ਰਿਹਾ ਜੋ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਦਾ, ਜਿਨ੍ਹਾਂ ਤੋਂ ਉੱਥੇ 1-2 ਲੱਖ ਰੁਪਈਆ ਲੈ ਕੇ ਮੁੜ ਕੇ ਰਿਫਿਊਜ਼ਲ ਹੋ ਗਿਆ ਤਾਂ ਗਿਆ ਕੰਮ। 2-2 ਲੱਖ ਰੁਪਈਆ ਜੇ 50 ਵੀ ਜਵਾਕ ਲੈ ਲਏ ਤਾਂ ਕਰੋੜ ਰੁਪਈਆ। ਇੱਕ ਖੋਖਾ ਖੋਲੀ ਬੈਠਾ ਉੱਥੇ ਮੋਹਾਲੀ ਦੇ ਵਿੱਚ ਕੋਈ ਏਜੰਟ, ਉਹ ਤਾਂ ਬਣ ਗਿਆ। ਸਾਰੀਆਂ ਗੱਲਾਂ ਬਾਤਾਂ ਹੁਣੇ ਕਰਦੇ ਹਾਂ ਖਹਿਰੇ ਹੋਣਾ ਨਾਲ। ਅਮਨ ਖਹਿਰਾ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਅਰਸ਼ੀ। ਅੱਛਾ ਜੀ, ਦੱਸਿਓ ਪਹਿਲਾਂ ਬਈ ਮੈਨੂੰ ਐਂ ਲੱਗਦਾ ਹੈ ਕਿ ਕੈਂਪੇਨ ਸਟਾਈਲ ਇਹ ਵੱਡੀਆਂ ਗੱਲਾਂ ਨੇ। 30,000 ਐਪਲੀਕੇਸ਼ਨ ਲਵਾਂਗੇ। ਮੇਰੇ ਨਾਲ ਵੀ ਮਿਨਿਸਟਰ ਆਏ ਸੀ, ਪੁੱਛਿਆ ਸੀ ਮੈਂ ਸਾਰਾ ਕੁਛ ਉਹਨਾਂ ਨੂੰ ਬਈ ਜਿਹੜੇ ਇੱਥੇ ਬੈਠੇ ਆ ਉਹ ਜਾਂ ਜਿਹੜੇ ਕੰਸਲਟੈਂਟ ਨੇ ਸਾਡੇ ਲੋਕਲ ਜਿਨ੍ਹਾਂ ਦੀਆਂ ਖਬਰਾਂ ਵੱਡੀਆਂ ਛਪੀਆਂ ਸੀ ਕਿ ਹਜ਼ਾਰਾਂ ਹੀ ਡਾਲਰ ਲੈ ਲਏ ਤੇ ਫੇਕ ਪ੍ਰੋਮਿਸਿਸ ਕਰ ਲਏ। ਤਸੱਲੀ ਬਖਸ਼ ਕੋਈ ਜਵਾਬ ਨਹੀਂ ਸੀ। ਜਿਵੇਂ ਉਹ ਆਪਣੀ ਗੱਲ ਕਹਿੰਦੇ ਸੀ, ਮੈਂ ਆਪਣੀ ਗੱਲ ਕਹਿੰਦਾ ਸੀ। ਪਰ ਤੁਸੀਂ ਸਮਝਾਇਓ ਸੁਣਨ ਵਾਲਿਆਂ ਨੂੰ ਕਿ 30,000 ਜਿਹੜੀਆਂ ਐਪਲੀਕੇਸ਼ਨ ਲੈਣੀਆਂ ਨੇ ਉਹ ਕਦ ਲੈਣੀਆਂ ਨੇ, ਕਦ ਤੋਂ ਕਦ ਤੱਕ ਲੈਣੀਆਂ ਤੇ ਕਿੱਥੇ ਲੈਣੀਆਂ ਨੇ? ਜੀ ਬਿਲਕੁਲ ਬਾਈ ਜੀ, ਇਹ ਜਿਹੜਾ ਡਿਸੀਜਨ ਹੈਗਾ ਥੋੜਾ ਜਿਵੇਂ ਸਰਕਾਰ ਨੇ ਕਮਿਟ ਤਾਂ ਚਲੋ ਕੀਤਾ ਸੀ ਵੀ ਹਰ ਸਾਲ ਉਹ ਜਿਹੜੀ 20,000 ਐਪਲੀਕੇਸ਼ਨ ਉਹ ਲਿਆ ਕਰਨਗੇ। ਪਿਛਲੇ ਸਾਲ ਕੋਵਿਡ ਦੇ ਦੌਰਾਨ ਸਰਕਾਰ ਨੇ ਜਿਹੜੀ ਇਨਵੀਟੇਸ਼ਨ ਨਵੰਬਰ ਮਹੀਨੇ ਦੇ ਵਿੱਚ ਖੋਲੀਆਂ ਸੀ। ਜਿਹੜਾ ਮੈਂ ਇੱਕ ਚੀਜ਼ ਲਿਸਨਰ ਨੂੰ ਸਮਝਾਉਣਾ ਚਾਹੂੰਗਾ, ਜਿਹੜਾ ਪੇਰੈਂਟ ਗ੍ਰੈਂਡ ਪੇਰੈਂਟ ਦੀ ਐਪਲੀਕੇਸ਼ਨ ਹੈ ਜਿਹੜੀ ਕੈਨੇਡਾ ਤੋਂ ਬਾਹਰ ਆਪਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਅਪਲਾਈ ਕਰਦੇ ਹਾਂ, ਸਰਕਾਰ ਨੇ ਉਹਦਾ ਇੱਕ ਪ੍ਰੋਸੈਸਿੰਗ ਇੱਕ ਚੈਨਲ ਬਣਾਇਆ ਹੋਇਆ ਜਿਹਦੇ ਰਾਹੀਂ ਸਰਕਾਰ ਜਿਹੜੀ ਐਪਲੀਕੇਸ਼ਨ ਉਹ ਪਹਿਲਾਂ ਪੂਲ ਦੇ ਵਿੱਚ ਲੈ ਕੇ ਆਉਂਦੀ ਹੈ। ਪੂਲ ਦੇ ਵਿੱਚ ਲੈ ਕੇ ਆਉਣ ਦਾ ਮਤਲਬ ਇਹ ਹੈਗਾ ਵੀ ਸਰਕਾਰ ਜਿੰਨੇ ਨੰਬਰ ਆਫ ਇਮੀਗ੍ਰੈਂਟਸ ਜਾਂ ਜਿੰਨੇ ਨੰਬਰ ਆਫ ਫੈਮਿਲੀ ਕਲਾਸ ਦੇ ਅੰਦਰ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਐਕਸੈਪਟ ਕਰ ਸਕਦੀ, ਉਹ ਤੋਂ ਵੱਧ ਲੋਕ ਅਪਲਾਈ ਕਰਦੇ ਨੇ। ਔਰ ਹਰ ਸਾਲ ਇਹ ਜਿਹੜੀ
ਇੰਟਰਸਟ ਹੈ ਲੋਕਾਂ ਦਾ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਦਾ, ਕਿਉਂਕਿ ਨਿਊ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਆਉਂਦੇ ਨੇ, ਉਹ 3 ਸਾਲ ਦਾ ਇਹਨਾਂ ਨੇ ਪਹਿਲਾਂ ਰੱਖਿਆ ਹੋਇਆ ਸੀ ਵੀ 3 ਸਾਲ ਦੀ ਜਿਹੜੀ ਇਨਕਮ ਹੈ ਉਹਦੇ ਥੋੜੀ ਦੇਖੀ ਜਾਊਗੀ, ਫਿਰ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ। ਉਹ ਜਿਹੜਾ ਪੀਰੀਅਡ ਉਹ ਖਤਮ ਹੋ ਚੁੱਕਾ, ਤੇ ਹੁਣ ਜਿਹੜੇ ਨੰਬਰ ਆਫ ਜਿਹੜੇ ਇਮੀਗ੍ਰੈਂਟਸ ਜਿਹੜੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ ਉਹਦੀ ਤਾਦਾਦ ਬਹੁਤ ਵੱਧ ਗਈ ਹੈ ਨਾ। ਉਹਦੇ ਵਧਣ ਕਰਕੇ ਜਿਹੜੀ ਨੰਬਰ ਜਿਹੜੀ ਸਿਲੈਕਸ਼ਨ ਹੈ, ਸਰਕਾਰ ਨੇ ਇੱਕ ਲੋਟਰੀ ਸਿਸਟਮ ਦੇ ਰਾਹੀਂ ਸਿਲੈਕਸ਼ਨ ਰੱਖੀ ਹੋਈ ਹੈ ਵੀ ਅਸੀਂ ਚੈਰੀ ਪਿਕ ਕਰ ਲਾਂਗੇ ਜਿਹੜਾ ਪੂਲ ਹੈ ਉਹਦੇ ਚੋਂ ਨੰਬਰ ਆਫ ਜਿਹੜੇ ਐਪਲੀਕੈਂਟਸ ਹੋਣਗੇ ਉਹਨਾਂ ਚੋਂ ਅਸੀਂ ਚੈਰੀ ਪਿਕ ਕਰਕੇ ਜਿਹੜੀ ਸਿਲੈਕਸ਼ਨ ਉਹ ਕਰ ਲਾਂਗੇ ਨਾ। ਜਿਹੜੇ ਡਿਸੀਜਨ ਨੇ ਬਾਈ ਜੀ ਇਹ ਪੋਲੀਟੀਕਲੀ ਮੋਟੀਵੇਟਿਡ ਡਿਸੀਜਨ ਨੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਕਿਉਂਕਿ ਹਰ ਸਾਲ ਜਨਵਰੀ ਦੇ ਵਿੱਚ ਜਿਹੜੀ ਇਨਵੀਟੇਸ਼ਨ ਜਾਂ ਜਿਹੜੀ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਲੋਕਾਂ ਤੋਂ ਮੰਗਿਆ ਜਾਂਦਾ ਸੀ ਵੀ ਕਿਹੜੇ ਕਿਹੜੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ। ਪਰ ਹੁਣ ਇਹ ਜਿਹੜਾ ਸਿਲੈਕਸ਼ਨ ਦਾ ਪ੍ਰੋਸੈਸ ਹੈ ਬਿਲਕੁਲ ਸਤੰਬਰ 2021 ਨੂੰ ਜਿਹੜਾ ਇਹ ਸਾਲ ਸਤੰਬਰ 20 ਨੂੰ ਖੋਲ੍ਹਿਆ ਗਿਆ, ਜਿਸ ਦੇ ਵਿੱਚ ਤੁਹਾਡੇ ਪੇਰੈਂਟਸ ਦੀਆਂ ਆਲਰੇਡੀ ਜਿਹੜੀਆਂ ਪੂਲ ਦੇ ਵਿੱਚ ਐਪਲੀਕੇਸ਼ਨਾਂ ਪਈਆਂ ਨੇ, ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਜਿਹੜਾ 2020 ਵਾਲਾ ਕੋਟਾ ਪਲੱਸ ਜਿਹੜਾ 2021 ਵਾਲਾ ਕੋਟਾ, ਸੋ ਟੋਟਲ ਇਹ 40,000 ਐਪਲੀਕੇਸ਼ਨਾਂ ਲੈਣੀਆਂ ਸੀ। 40,000 ਜਿਹੜੀਆਂ ਮਾਫ ਕਰਨਾ ਇਨਵੀਟੇਸ਼ਨਸ ਦੇਣੀਆਂ ਸੀ ਲੋਕਾਂ ਨੂੰ ਜਿਹੜੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਅੱਗੇ ਫਰਦਰ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਨੇ, ਇਮੀਗ੍ਰੇਸ਼ਨ ਐਪਲੀਕੇਸ਼ਨ ਲਾ ਸਕਦੇ ਨੇ। ਪਿਛਲੇ ਸਾਲ ਸਰਕਾਰ ਨੇ ਜਿਹੜੀ 2020 ਚ ਐਪਲੀਕੇਸ਼ਨਾਂ ਪੂਲ ਦੇ ਵਿੱਚ ਲਈਆਂ ਸੀ ਉਹਦੇ ਵਿੱਚੋਂ 10,000 ਆਲਰੇਡੀ ਸਿਲੈਕਟ ਕਰ ਲਈਆਂ ਸੀ। ਉਸ ਤੋਂ ਬਾਅਦ ਇਸ ਸਾਲ ਸਰਕਾਰ ਜਿਹੜੀ ਹੈ 30,000 ਹੋਰ ਇਨਵੀਟੇਸ਼ਨ ਜਿਹੜੀਆਂ ਦੇਗੀ। ਹਾਲੇ ਤਾਂ ਅਨਾਊਂਸਮੈਂਟ ਬਾਈ ਜੀ ਬਿਲਕੁਲ ਇਹ ਹੈ, ਪਰ ਟ੍ਰੈਡੀਸ਼ਨਲ ਜਿਹੜਾ ਤਰੀਕਾ ਹੁੰਦਾ ਸੀ ਉਹ ਹੁੰਦਾ ਸੀ ਵੀ ਨਵੇਂ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਪੂਲ ਦੇ ਵਿੱਚ ਇੰਟਰੋਡਿਊਸ ਕਰਿਆ ਜਾਂਦਾ ਸੀ, ਇੱਕ ਨਵਾਂ ਪੂਲ ਕ੍ਰੀਏਟ ਹੁੰਦਾ ਸੀ ਹਰ ਸਾਲ। ਇਸ ਸਾਲ ਸਰਕਾਰ ਮੇਰਾ ਖਿਆਲ ਨਵਾਂ ਪੂਲ ਕ੍ਰੀਏਟ ਨਹੀਂ ਕਰਨ ਜਾ ਰਹੀ, ਸੇਮ ਪੂਲ ਦੇ ਵਿੱਚੋਂ ਹੀ ਇਨਵੀਟੇਸ਼ਨ ਜਿਹੜੀ ਆ ਦੇ ਰਹੀ ਹੈ। ਸੋ ਪੋਲੀਟੀਕਲ ਮੋਟੀਵੇਟਿਡ ਡਿਸੀਜਨ ਲੱਗਦਾ, ਕਿਉਂਕਿ ਇੱਕ ਤਾਂ ਜਿਹੜੀ 3 ਈਅਰ ਦੀ ਰਿਕੁਆਇਰਮੈਂਟ ਹੈ ਜਦੋਂ ਬੰਦਾ ਇਮੀਗ੍ਰੈਂਟ ਬਣਦਾ ਉਦੋਂ ਆਪਣੇ ਪੇਰੈਂਟਸ ਨੂੰ ਸਪਾਂਸਰਸ਼ਿਪ ਲਈ ਐਲੀਜੀਬਲ ਹੁੰਦਾ ਹੈ। ਉਸ ਤੋਂ ਬਾਅਦ 3 ਸਾਲ ਦਾ ਸਮਾਂ ਲੱਗ ਜਾਂਦਾ ਜਦੋਂ ਉਹ ਸਿਟੀਜ਼ਨ ਬਣਦੇ ਸਿਟੀਜ਼ਨ ਬਣ ਜਾਂਦਾ। ਤਾਂ ਹੁਣ ਜਿਵੇਂ ਇੱਕ ਤਾਂ 3 ਸਾਲ ਦਾ ਜਿਹੜਾ ਇਨਕਮ ਦੀ ਰਿਕੁਆਇਰਮੈਂਟ ਰੱਖੀ ਗਈ ਹੈ, ਦੂਸਰੀ ਜਿਹੜੀ ਇਹ ਸਤੰਬਰ 20 ਇਸ ਸਾਲ ਨੂੰ ਐਪਲੀਕੇਸ਼ਨਾਂ ਇਨਵੀਟੇਸ਼ਨਸ ਦੇਣੀਆਂ ਨੇ ਸਰਕਾਰ ਨੇ 30,000, ਉਹ ਇੱਕ ਤੋਹਫੇ ਦੇ ਤੌਰ ਤੇ ਦੇਖਿਆ ਜਾ ਰਿਹਾ। ਕੈਨੇਡੀਅਨ ਜਿਹੜੇ ਨਿਊ ਕੈਨੇਡੀਅਨਸ ਨੇ ਜਿਹੜੇ ਇਮੀਗ੍ਰੈਂਟ ਜਿਹੜੇ ਮਾਫ ਕਰਨਾ ਸਿਟੀਜ਼ਨਸ ਬਣੇ ਨੇ ਉਹਨਾਂ ਨੂੰ ਇਹ ਖੁਸ਼ਖਬਰੀ ਜ਼ਰੂਰ ਹੋਏਗੀ ਔਰ ਉਹ ਇਹ ਗੱਲ ਤੋਂ ਬਹੁਤ ਖੁਸ਼ ਹੋਣਗੇ ਵੀ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਸਿਲੈਕਸ਼ਨ ਹੋ ਚੁੱਕੀ ਹੈ। ਤੇ ਜਿਹੜੇ ਦਫ਼ਤਰ ਦੀ ਪ੍ਰੋਸੈਸਿੰਗ ਪਹਿਲਾਂ ਹੀ 2-2 ਸਾਲ ਵੇਟ ਹੈ, ਚੰਡੀਗੜ੍ਹ ਤੇ ਦਿੱਲੀ ਵਰਗੇ, ਉੱਥੇ ਕੀ ਹਾਲ ਹੋਣਾ? ਕਾਹਦੇ ਲਈ ਭੰਗੜੇ ਪੈਣੇ ਨੇ? ਇਨਲੈਂਡ ਇਹਨਾਂ ਨੇ ਐਪਲੀਕੇਸ਼ਨ ਲੈਣੀ ਨਹੀਂ ਤੇ ਉੱਥੇ ਤਾਂ ਪਹਿਲਾਂ ਹੀ ਬੈਕਲੌਗ ਬਹੁਤ ਹੈ ਜੀ। ਜੀ ਬਿਲਕੁਲ ਬਈ, ਬੈਕਲੌਗ ਇਕੱਲਾ ਇਸ ਪੇਰੈਂਟ ਗ੍ਰੈਂਡ ਪੇਰੈਂਟ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਹੈ। ਰਿਫਿਊਜੀ ਜਿਹੜਾ ਇੱਕ ਬੜੀ ਭੁਲਾਈ ਕੈਟੇਗਰੀ ਸੀਗੀ ਜਿਹੜੀ ਕੰਜ਼ਰਵੇਟਿਵ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਉਹਨੂੰ ਕਾਫੀ ਉਹਦੇ ਵਿੱਚ ਰਿਫਾਰਮਸ ਲੈ ਕੇ ਆਉਂਦੇ ਸੀ। ਰਿਫਾਰਮਸ ਲਿਆਉਣ ਕਰਕੇ ਜਿਹੜੀ ਉਹਨਾਂ ਦੀ ਪ੍ਰੋਸੈਸਿੰਗ ਸੀ ਉਹ 90 ਦਿਨ ਕੀਤੀ ਹੋਈ ਸੀ। ਸੋ ਜਦੋਂ ਕੋਈ ਕਲੇਮ ਫਾਈਲ ਕਰਦਾ ਸੀ 90 ਦਿਨ ਦੇ ਵਿੱਚ ਡਿਸੀਜਨ ਆਉਂਦਾ ਸੀ। ਹੁਣ ਹਾਲਾਤ ਬਾਈ ਜੀ ਇਹ ਨੇ ਵੀ ਜਿਹੜੇ ਰਿਫਿਊਜੀ ਅੱਜ ਕੋਈ ਅਪਲਾਈ ਕਰਦਾ ਤਾਂ 4 ਸਾਲ ਤਾਂ ਉਹਦੀ ਵਾਰੀ ਨਹੀਂ ਆਉਂਦੀ। ਚਲੋ ਜੀ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਕੋਲ ਜਾਂਦੇ ਹੋ, ਤੁਹਾਡਾ ਕਲੇਮ ਸੁਣਿਆ ਜਾਂਦਾ ਹੈ। ਜੇ ਉਹ ਕਲੇਮ ਫੇਲ ਹੋ ਜਾਂਦਾ ਫਿਰ ਇੱਕ ਹੋਰ ਕ੍ਰੀਏਟ ਕਰਤਾ ਚੈਨਲ, ਟ੍ਰਿਬਿਊਨਲ ਕ੍ਰੀਏਟ ਹੋ ਗਿਆ ਜਿਹਨੂੰ ਰਿਫਿਊਜੀ ਅਪੀਲ ਡਿਵੀਜ਼ਨ ਕਿਹਾ ਜਾਂਦਾ। ਫਿਰ ਤੁਸੀਂ ਉੱਥੇ ਅਪੀਲ ਕਰ ਦਿੰਦੇ ਹੋ, ਉੱਥੋਂ ਤੁਸੀਂ ਕੇਸ ਹਾਰ ਜਾਂਦੇ ਹੋ, ਫਿਰ ਤੁਸੀਂ ਫੈਡਰਲ ਕੋਰਟ ਚਲੇ ਜਾਂਦੇ ਹੋ। ਸੋ ਇਸ ਦਾ ਮਤਲਬ ਵੀ ਜੇ ਕੋਈ ਅੱਜ ਬੰਦਾ ਕਲੇਮ ਫਾਈਲ ਕਰਦੇ ਤਾਂ ਉਹਦਾ ਫੈਸਲਾ 7 ਤੋਂ 8 ਸਾਲ ਲੱਗਦੇ ਆ। 7 ਤੋਂ 8 ਸਾਲ ਜਿਹੜਾ ਜੇ ਕੋਈ ਅਸਾਈਲਮ ਸੀਕਰ ਹੈਗਾ ਉਹ ਜਦ ਕਲੇਮ ਫਾਈਲ ਕਰਦਾ ਉਹਦਾ ਡਿਸੀਜਨ ਨਹੀਂ ਹੁੰਦਾ ਵੀ ਇਹ ਕੀ ਸਹੀ ਕਲੇਮ ਹੈ ਕਿ ਫੇਕ ਕਲੇਮ ਹੈ। 7 ਤੋਂ 8 ਸਾਲ ਉਹ ਹਰ ਤਰ੍ਹਾਂ ਦੀ ਪ੍ਰਿਵਿਲੇਜ ਇੰਜੋਏ ਕਰਦੇ ਰਹੀ। ਉਹਨਾਂ ਕੋਲ ਓਪਨ ਵਰਕ ਪਰਮਿਟ ਹੁੰਦਾ, ਜੇ ਉਹਨਾਂ ਦੇ ਸਪਾਊਸ ਆਏ ਨੇ ਉਹ ਸਾਰੇ ਫੈਮਿਲੀ ਨੂੰ ਪਰਮਿਟ ਮਿਲ ਜਾਂਦੇ ਨੇ, ਬੱਚੇ ਫ੍ਰੀ ਪੜ੍ਹ ਲੈਂਦੇ ਨੇ। ਇਸ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ, ਕਿਸੇ ਵੀ ਇੰਪਲੋਇਰ ਨਾਲ ਕੰਮ ਕਰ ਸਕਦੇ ਹੋ ਐਜ਼ ਗੁੱਡ ਐਜ਼ ਅ ਪਰਮਾਨੈਂਟ ਰੈਜ਼ੀਡੈਂਟ। ਤੁਹਾਡੀ ਮੈਡੀਕਲ ਸਾਰੀ ਕਵਰੇਜ ਹੈ, ਹੋਰ ਇਸ ਤਰ੍ਹਾਂ ਦੇ ਜਿਹੜੇ ਵੈਲਫੇਅਰ ਜਾਂ ਸੋਸ਼ਲ ਬੈਨੀਫਿਟਸ ਨੇ ਉਹ ਤੁਹਾਨੂੰ ਦਿੱਤੇ ਜਾਂਦੇ ਨੇ। ਸੋ ਸਰਕਾਰ ਦੇ ਕੋਲ ਇਹ ਐਪਲੀਕੇਸ਼ਨ ਦਾ ਬੈਕਲੌਗ ਅਲਾਰਮਿੰਗ ਰੇਟ ਤੇ ਹੈ। ਨਿਊਜ਼ 'ਚ ਵੀ ਬਹੁਤ ਵਾਰ ਆਇਆ ਵੀ ਇਸ ਹਿਸਾਬ ਨਾਲ ਜਿਹੜੇ ਲੋਕ ਇਨਕਰੇਜ ਹੁੰਦੇ ਨੇ, ਉਹ ਕਈ ਗਲਤ ਐਡਵਾਈਸ ਵੀ ਲੈਂਦੇ ਨੇ, ਉਹ ਕਈ ਇਨਕਰੇਜ ਵੀ ਹੁੰਦੇ ਨੇ ਵੀ ਜੇ ਅਸੀਂ ਸਟੂਡੈਂਟ ਵੀਜ਼ਾ ਸਾਡਾ ਰਿਫਿਊਜ਼ ਹੋ ਗਿਆ, ਸਾਡਾ ਵਰਕ ਪਰਮਿਟ ਨਹੀਂ ਸਾਨੂੰ ਦਿੱਤਾ ਜਾ ਰਿਹਾ,
ਵਿਜ਼ਿਟਰ ਨੂੰ ਕਿਹਾ ਜਾ ਰਿਹਾ ਕੈਨੇਡਾ ਛੱਡ ਕੇ ਚਲੇ ਜਾਓ, ਉਹ ਚੁੱਪ ਕਰਕੇ ਆਪਣਾ ਜਿਹੜਾ ਕਲੇਮ ਫਾਈਲ ਕਰ ਦਿੰਦੇ ਨੇ, ਤੇ ਉਸ ਤੋਂ ਬਾਅਦ ਉਹ 7 ਤੋਂ 8 ਸਾਲ ਇਸ ਕੰਟਰੀ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਆ ਉਹ ਲੈ ਸਕਦੇ ਨਹੀਂ ਨਾ। ਇਸੇ ਤਰ੍ਹਾਂ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਗੱਲ ਕਰ ਰਹੇ ਸੀ, ਸਰਕਾਰ ਨੇ ਜਦੋਂ ਇਹ ਪ੍ਰੋਗਰਾਮ ਚਲਾਇਆ ਸੀ ਲੋਟਰੀ ਸਿਸਟਮ, ਉਹ ਚਲਾਇਆ ਸੀ ਵੀ ਕਿਉਂਕਿ ਜਿਹੜਾ ਵੇਟਿੰਗ ਟਾਈਮ ਹੈ ਬਹੁਤ ਵੱਧ ਗਿਆ, ਅਸੀਂ ਸਰਟਨ ਨੰਬਰ ਆਫ ਜਿਹੜੇ ਐਪਲੀਕੇਸ਼ਨ ਨੇ ਉਹਨਾਂ ਨੂੰ ਹੀ ਸਿਲੈਕਟ ਕਰ ਸਕਦੇ ਆ। ਜੇ ਕੋਈ 50,000 60,000 ਜਾਂ 1 ਲੱਖ ਬੰਦਾ ਅਪਲਾਈ ਕਰਦਾ, ਅਸੀਂ 1 ਲੱਖ ਬੰਦੇ ਨੂੰ ਇਮੀਗ੍ਰੇਸ਼ਨ ਨਹੀਂ ਦੇ ਸਕਦੇ ਕਿਉਂਕਿ ਇੱਕ ਕੈਪ ਲੱਗਿਆ ਹੋਇਆ ਇਸ ਕੈਟਾਗਰੀ ਦੇ ਵਿੱਚ। ਸੋ ਇਸ ਕਰਕੇ ਅਸੀਂ ਜਿਹੜਾ ਸਰਟਨ ਨੰਬਰ ਨੂੰ ਹੀ ਇਮੀਗ੍ਰੇਸ਼ਨ ਦੇ ਸਕਦੇ ਆ, ਤਾਂ ਕਰਕੇ ਜਿਹੜਾ ਬੈਕਲੌਗ ਉਹਨੂੰ ਘਟਾਉਣ ਦਾ ਹੋਰ ਕੋਈ ਤਰੀਕਾ ਨਹੀਂ, ਅਸੀਂ ਸਿਰਫ ਪੂਲ ਦੇ ਵਿੱਚੋਂ ਜਿਹੜੀ ਹੈ ਚੈਰੀ ਪਿਕ ਕਰਕੇ ਸਿਲੈਕਸ਼ਨ ਕਰ ਲਈ ਹੈ ਨਾ। ਇਹ ਪ੍ਰੋਸੈਸ ਦੇ ਵਿੱਚ ਵੀ ਬਹੁਤ ਫਲॉज ਨੇ, ਪੁਰਾਣੇ ਸਮੇਂ ਦੇ ਵਿੱਚ ਵੀ ਫਲॉज ਰਹੇ। ਹੁਣ ਵੀ ਜਿਹੜਾ ਮੇਜਰ ਚੈਲੰਜ ਹੈ ਜਦੋਂ ਸਿਲੈਕਸ਼ਨ ਹੋਊਗੀ 30,000 ਐਪਲੀਕੇਸ਼ਨ ਦੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਜਿਹੜੀਆਂ ਐਪਲੀਕੇਸ਼ਨਾਂ ਪਹਿਲਾਂ 2 ਸਾਲ ਦੀਆਂ ਪਈਆਂ ਨੇ, 3 ਸਾਲ ਹੋ ਗਏ, ਤੇ ਫਿਰ 30,000 ਹੋਰ ਐਡ ਹੋ ਜਾਣਗੀਆਂ। ਸੋ ਸਰਕਾਰ ਕੋਲ ਤਾਂ ਸਟਾਫਿੰਗ ਲਿਮਿਟਡ ਹੀ ਸਟਾਫਿੰਗ ਹੈ, ਪਲੱਸ ਇੱਕ ਹਰੇਕ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਲਈ ਇੱਕ ਚੈਨਲ ਥਰੂ ਨਿਕਲਣਾ ਪੈਂਦਾ ਹੈ, ਵੈਰੀਫਿਕੇਸ਼ਨਸ ਹੁੰਦੀਆਂ ਨੇ, 100 ਤਰ੍ਹਾਂ ਦੀ ਜਿਹੜੇ ਡਾਕੂਮੈਂਟੇਸ਼ਨ ਉਹ ਮੰਗੇ ਜਾਂਦੇ ਨੇ, ਫਿਰ ਉਹ ਐਪਲੀਕੇਸ਼ਨ ਲਾਸਟ ਚੈਨਲ ਤੇ ਪਹੁੰਚਦੀ ਹੈ। ਸੋ ਇਸ 30,000 ਐਪਲੀਕੇਸ਼ਨ ਆਉਣ ਨਾਲ ਜਿਹੜਾ ਬੈਕਲੌਗ ਉਹ ਅੰਡਰਸਟੂਡ ਹੈ ਵੀ ਉਹ ਡਬਲ ਹੋਏਗਾ, ਆਉਣ ਵਾਲੇ ਸਮੇਂ 'ਚ 4 ਜਾਂ 5 ਸਾਲ ਫਿਰ ਲੱਗਣਗੇ। ਅੱਛਾ, ਅਖੀਰ 'ਚ ਇਹ ਦੱਸਿਓ ਬਈ ਇਹ ਵੀ ਕਿਤੇ ਰਾਜਨੀਤਿਕ ਵਾਲਾ ਪੈਂਤੜਾ ਤਾਂ ਨਹੀਂ ਬਈ ਸਟੂਡੈਂਟਸ ਦਾ ਰੌਲਾ ਪੈ ਗਿਆ, ਫਿਆਂਸੇ ਜਿਹੜੀਆਂ ਨੇ ਮੰਗੇਤਰਾਂ ਨੇ ਬੰਦਾ ਨਹੀਂ ਸੱਦ ਰਹੀਆਂ, ਬੰਦੇ ਖੁਦਕੁਸ਼ੀ ਕਰ ਰਹੇ ਨੇ, ਇਹਨੂੰ ਹੀਟ ਨੂੰ ਡਾਊਨ ਕਰਨ ਦੇ ਲਈ, ਬੁਝਾਉਣ ਦੇ ਲਈ ਐਪਲੀਕੇਸ਼ਨ ਜਿੰਨੀਆਂ ਸੀ ਉਹ ਸਭ ਰਿਫਿਊਜ਼ ਕਰ ਦਿੱਤੀਆਂ ਸਡਨ। ਕਦੇ ਤਾਂ ਉਹੀ ਸਟੂਡੈਂਟਸ ਇਹਨਾਂ ਨੂੰ ਲੰਬਰ ਇੰਡਸਟਰੀ ਤੋਂ ਵਧੀਆ ਪੈਸੇ ਕਮਾਉਂਦੇ ਲੱਗਦੇ ਨੇ, ਹਸੈਨ ਉਹਨਾਂ ਨੂੰ, ਹੁਣ ਉਹਨਾਂ ਨੂੰ ਵੱਢਤਾ ਤੇ ਇੱਧਰ 30,000 ਐਪਲੀਕੇਸ਼ਨ ਦੇਤੀ ਵੀ ਆਹ ਜਿਹੜਾ ਹੈ ਖਿਡੌਣਾ ਲੈ ਕੇ 5-4 ਸਾਲ ਕੱਢੋ, ਤੇ ਉਹ ਜਿਹੜਾ ਰਿਫਿਊਜ਼ਲ ਸਡਨ ਕਿਉਂ ਹੋਣ ਲੱਗ ਗਿਆ ਖਹਿਰਾ ਸਾਹਿਬ? ਜੀ ਬਿਲਕੁਲ, ਸਰਕਾਰ ਨੇ ਜਿਹੜੇ ਦੂਸਰੇ ਰਸਤੇ ਹੈ ਉਹ ਅਪਣਾਉਣੇ ਸ਼ੁਰੂ ਕਰਤੇ ਹੈ। ਡਿਫਰੈਂਟ ਕੰਟਰੀਜ਼ ਨਾਲ ਜਿਹੜਾ SDS ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟਰੀਮ, ਪਹਿਲਾਂ ਇਹ 10 ਕੰਟਰੀਆਂ ਨਾਲ ਸਾਈਨ ਕੀਤਾ ਹੋਇਆ ਸੀ ਸਰਕਾਰ ਦਾ। ਇਸ ਤੋਂ ਇਲਾਵਾ ਸਰਕਾਰ ਨੇ 5 ਹੋਰ ਕੰਟਰੀਜ਼ ਨੂੰ ਹੋਰ ਐਡ ਕਰ ਲਿਆ 2 ਹਫ਼ਤੇ ਪਹਿਲਾਂ। ਉੱਥੋਂ ਜਿਹੜੇ ਸਟੂਡੈਂਟਸ ਨੇ ਉਹ ਸੋਰਸ ਕੰਟਰੀਜ਼ ਬਣਾ ਲਈਆਂ, ਉਹਨਾਂ ਨੂੰ ਜਿਹੜਾ ਇੱਕ SDS ਪ੍ਰੋਗਰਾਮ ਜਿਹੜਾ ਇੰਡੀਆ ਨਾਲ ਸਾਈਨ ਕੀਤਾ, ਸੇਮ ਤਰ੍ਹਾਂ ਦਾ ਹੀ ਜਿਹੜਾ ਸਮਝੌਤਾ ਉਹਨਾਂ ਕੰਟਰੀਜ਼ ਨਾਲ ਸਾਈਨ ਕਰ ਲਿਆ। ਤਾਂ ਉੱਥੇ ਦੇ ਸਟੂਡੈਂਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਉਣਗੇ। ਯੈਸ, ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਜਿਹੜੀਆਂ ਨੰਬਰ ਆਫ ਐਪਲੀਕੇਸ਼ਨਸ ਨੇ ਹੈਰਾਨੀਜਨਕ ਨੰਬਰਸ ਦੇ ਹਿਸਾਬ ਨਾਲ ਰਿਫਿਊਜ਼ ਹੋਈਆਂ। ਇੱਕ ਦਿਨ ਦੇ ਵਿੱਚ ਸਰਕਾਰ ਨੇ 13,000 ਤੋਂ ਵੱਧ ਐਪਲੀਕੇਸ਼ਨਾਂ ਸਟੂਡੈਂਟ ਵੀਜ਼ਾ ਦੀਆਂ ਚੰਡੀਗੜ੍ਹ ਵੀਜ਼ਾ ਪੋਸਟ ਤੋਂ ਰਿਫਿਊਜ਼ ਕੀਤੀਆਂ। ਸੋ ਉਹ ਇਟ ਮੀਨਸ ਸਟੂਡੈਂਟ ਨੂੰ ਜਦੋਂ ਅਪਲਾਈ ਕੀਤਾ ਇਹ ਵੀ ਨਹੀਂ ਦੇਖਿਆ ਗਿਆ ਵੀ ਸਟੂਡੈਂਟ ਦੇ 7 ਬੈਂਡ ਸੀ ਜਾਂ 8 ਬੈਂਡ ਸੀ। ਸਾਡੇ ਕੋਲ ਇਹੋ ਜਿਹੇ ਸਟੂਡੈਂਟਸ ਆ ਰਹੇ ਨੇ ਜਿਨ੍ਹਾਂ ਦੇ ਬਾਈ ਜੀ 7 ਬੈਂਡ ਨੇ, ਅਸੀਂ ਅਪੀਲ ਉਹਨਾਂ ਦੀ ਫਾਈਲ ਕਰ ਰਹੇ ਹਾਂ ਕੋਰਟ ਦੇ ਵਿੱਚ। ਤਾਂ ਮੈਂ ਇਹ ਵੀ ਵਾਰ-ਵਾਰ ਇਹ ਜ਼ਿਕਰ ਕਰਦਾ ਹੁੰਦਾ ਜਦੋਂ ਤੁਹਾਡਾ ਕੇਸ ਰਿਫਿਊਜ਼ ਹੁੰਦਾ, ਪਲੀਜ਼ ਤੁਸੀਂ ਉਹ ਫਾਈਨਲ ਡਿਸੀਜਨ ਨਾ ਸਮਝਿਆ ਕਰੋ, ਸਹੀ ਜਿਹੜਾ ਉਦੋਂ ਕੰਪੀਟੈਂਟ ਐਡਵਾਈਸ ਲਿਆ ਕਰੋ ਵੀ ਜੇ ਤੁਹਾਡੇ ਕੇਸ ਦੀ ਅਪੀਲ ਹੋ ਸਕਦੀ ਹੈ ਤਾਂ ਤੁਸੀਂ ਕੋਰਟ 'ਚ ਚੈਲੰਜ ਕਰਿਆ ਕਰੋ, ਤਾਂ ਕਿ ਜਿਹੜੇ ਐਡਮਿਨਿਸਟ੍ਰੇਟਿਵ ਡਿਸੀਜਨ ਨੇ ਉਹ ਬਹੁਤ ਇਨਫਲੂਐਂਸ ਡਿਸੀਜਨ ਹੁੰਦੇ ਨੇ, ਪੋਲੀਟੀਕਲੀ ਇਨਫਲੂਐਂਸ ਹੁੰਦੇ ਨੇ। ਜਿਹੜਾ ਸਰਕਮਸਟਾਂਸ ਬਣੇ ਹੋਏ ਨੇ ਅੱਜ ਕੱਲ੍ਹ ਇੰਡੀਅਨ ਸਟੂਡੈਂਟਸ ਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੀ ਸਪਾਊਸਲ ਵੀਜ਼ਾ ਤੇ ਕੋਈ ਅਪਲਾਈ ਕਰਦਾ, ਤੇ ਇਹ ਵੀ ਮੈਂ ਇੱਕ ਕੁਇਕਲੀ ਐਡ ਕਰਨਾ ਚਾਹੂੰਗਾ ਬਾਈ ਜੀ, ਜਿਹੜੀ ਰਿਫਿਊਜ਼ਲ ਇੱਕ ਜਿਹੜੀ ਸਪਾਊਸਸ ਨੂੰ ਲੈ ਕੇ ਰਿਫਿਊਜ਼ ਹੋ ਰਹੀ ਹੈ ਇੰਡੀਆ ਤੋਂ ਖਾਸ ਕਰਕੇ, ਉਹ ਜਿਹੜੇ ਚਾਹੇ ਸਟੂਡੈਂਟ ਵੀਜ਼ਾ ਤੇ ਨੇ ਚਾਹੇ ਉਹ ਪੋਸਟ ਗ੍ਰੈਜੂਏਟ ਵੀਜ਼ਾ ਪਰਮਿਟ ਹੋਲਡਰ ਨੇ, ਉਹ ਆਪਣੇ ਸਪਾਊਸ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੇ ਨੇ ਨਾ। ਇਹ ਕੋਈ ਸਪਾਂਸਰਸ਼ਿਪ ਨਹੀਂ ਹੈ, ਉਹਨਾਂ ਦਾ ਕੋਈ ਰਾਈਟ ਨਹੀਂ ਹੈ, ਉਹ ਸਿਰਫ ਐਕਟ ਦੇ ਵਿੱਚ ਇੱਕ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਵੀ ਜਿਹੜਾ ਵਿਅਕਤੀ ਐਗਜ਼ੈਂਪਸ਼ਨ ਕੋਡ 42 ਦੇ ਵਿੱਚ ਆ ਗਿਆ ਤਾਂ ਉਹ ਆਪਣੇ ਸਪਾਊਸ ਨੂੰ ਸਪਾਂਸਰਸ਼ਿਪ ਦੇ ਸਕਦਾ। ਇਹ ਸਟੂਡੈਂਟਸ ਲਈ ਹੈ ਨਾ। ਹੁਣ ਕਾਫੀ ਸਟੂਡੈਂਟ ਸੀ ਕੋਵਿਡ ਦੇ ਦੌਰਾਨ ਸਰਕਾਰ ਨੇ ਐਪਲੀਕੇਸ਼ਨਾਂ ਪ੍ਰੋਸੈਸ ਨਹੀਂ ਕੀਤੀਆਂ ਸਪਾਊਸਸ ਦੀਆਂ, ਸੋ ਕਾਫੀ ਸਟੂਡੈਂਟਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਚਲੇ ਗਏ। ਉਹਨਾਂ ਦੀ ਐਪਲੀਕੇਸ਼ਨ ਸਰਕਾਰ ਇਹ ਕਹਿ ਕੇ ਰਿਫਿਊਜ਼ ਕਰ ਰਹੀ ਹੈ ਵੀ ਤੁਸੀਂ ਜਿਹੜੀ ਐਗਜ਼ੈਂਪਸ਼ਨ ਕੋਡ 42 ਉਹਦੀ ਰਿਕੁਆਇਰਮੈਂਟ ਮੀਟ ਨਹੀਂ ਕਰ ਰਹੇ, ਜਿਹੜਾ ਬੈਕਗਰਾਊਂਡ ਹੈ। ਸੋ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਜਿਹੜੇ ਸਟੂਡੈਂਟਸ ਨਾਲ ਇਹ ਹੋਇਆ ਵੀ ਉਹਨਾਂ ਨੇ ਆਪਣਾ ਸਟੇਟਸ ਬਦਲਿਆ ਕੈਨੇਡਾ 'ਚ ਆ ਕੇ, ਸਟੱਡੀ ਪਰਮਿਟ ਤੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਗਏ, ਉਹ ਫਟਾਫਟ ਇਮੀਗ੍ਰੇਸ਼ਨ ਨੂੰ ਅਪਡੇਟ ਕਰਨ ਆਪਣਾ ਸਟੇਟਸ, ਪਲੱਸ ਉਹ ਐਗਜ਼ੈਂਪਸ਼ਨ ਕੋਡ ਨੂੰ ਚੇਂਜ ਕਰਨ, ਉਹਨੂੰ 41 ਕਰਨ,
ਤੇ ਜਿਹਦੇ ਤਹਿਤ ਉਹ ਚਿੱਠੀ ਲਿਖ ਕੇ ਇਹ ਚੀਜ਼ ਦੀ ਮੰਗ ਕਰਨ ਵੀ ਉਹਨਾਂ ਦਾ ਜਿਹੜਾ ਐਗਜ਼ੈਂਪਸ਼ਨ ਕੋਡ ਹੈ ਉਹ ਹੁਣ 41 ਹੋ ਗਿਆ, ਉਹਦੇ ਤਹਿਤ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾਏ। ਨਹੀਂ, ਸਰਕਾਰ ਕੋਲ ਬਹੁਤ ਵਧੀਆ ਰੀਜ਼ਨ ਮਿਲਿਆ ਹੋਇਆ, ਕਿਉਂਕਿ ਰੂਲ ਇਹ ਕਹਿੰਦਾ ਵੀ ਜਦੋਂ ਤੁਸੀਂ ਜਿਸ ਸਟੇਟਸ ਤੇ ਅਪਲਾਈ ਕੀਤਾ ਸੀ ਉਹ ਸਟੇਟਸ ਦੀ ਹੀ ਐਗਜ਼ੈਂਪਸ਼ਨ ਦੇ ਕੋਡ ਦੇ ਦੌਰਾਨ ਤੁਹਾਡੀ ਪ੍ਰੋਸੈਸਿੰਗ ਹੋਣੀ ਚਾਹੀਦੀ ਹੈ। ਜੇ ਤੁਹਾਡਾ ਸਟੇਟਸ ਬਦਲ ਗਿਆ ਫਿਰ ਤੁਸੀਂ ਉਹ ਐਗਜ਼ੈਂਪਸ਼ਨ ਕੋਡ ਨੂੰ ਮੀਟ ਨਹੀਂ ਕਰਦੇ, ਹੈਂਸ ਜ਼ਿਆਦਾ ਨੰਬਰ ਜਿਹੜੀਆਂ ਐਪਲੀਕੇਸ਼ਨਾਂ ਸਪਾਊਸ ਦੀਆਂ ਰਿਫਿਊਜ਼ ਹੋ ਰਹੇ ਨੇ, ਇਸ ਕਾਰਨ ਕਰਕੇ ਜ਼ਿਆਦਾ ਰਿਫਿਊਜ਼ ਹੋ ਰਹੀਆਂ ਨੇ। ਧੰਨਵਾਦ ਜੀ, ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਥੈਂਕ ਯੂ ਬਾਈ ਜੀ। ਅੱਜ ਇੱਕ ਸਮਾਜ ਸੇਵੀ ਦੀ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਤੇ ਕਿ ਸੇਵਾ ਦੇ ਵਿੱਚ ਸਵਾਦ ਕਿੰਨਾ ਹੈ ਤੇ ਫਿਰ ਉਸ ਸੇਵਾ ਦਾ ਜੇ ਸਤਿਕਾਰ ਮਿਲਦਾ ਤਾਂ ਕੀ ਹੁੰਦਾ। ਉਦੋਂ ਪਹਿਲਾਂ ਪਰ ਇੱਕ ਕਾਲਰ ਨੇ, ਅਮਰਜੀਤ ਸਿੰਘ ਸੰਧੂ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਰਦਾਰ ਹਰਜੀਤ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਰੋਤੇ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤਾਂ ਤੁਸੀਂ ਇਹ ਗਾਣਾ ਲਾਇਆ ਸੀ, ਮੈਂ ਇਹ ਸੁਣ ਰਿਹਾ ਸੀ ਤੁਹਾਡਾ ਗਾਣਾ, ਮੈਂ ਲਾਇਆ ਵੀ ਵੈਸੇ ਹੁਣੇ ਸੀਗਾ ਪ੍ਰੋਗਰਾਮ। ਬਈ ਦੇਖੋ, ਕਿਹਾ ਤਾਂ ਬਹੁਤ ਕੁਛ ਹੈਗਾ, ਬਹੁਤ ਚੰਗਾ ਕੁਛ ਬੋਲਿਆ, ਪਰ ਇਹਨਾਂ ਲੋਕਾਂ ਨੂੰ ਫਰਕ ਹੀ ਪੈਂਦਾ। ਇਹ ਤੇ ਢੀਠ ਨੇ, ਇਹਨਾਂ ਨੂੰ ਤਾਂ ਪੈਸਾ ਚਾਹੀਦਾ, ਭਾਵੇਂ ਇਹਨਾਂ ਦੇ ਕੱਪੜੇ ਲਾ ਦਿਓ, ਭਾਵੇਂ ਪਾੜ ਦਿਓ, ਫੇਰ ਇਹ ਦੁਆਰੇ ਫੇਰ ਇਹ ਕੱਪੜੇ ਪਾ ਕੇ ਫੇਰ ਸਮਾਜ ਚ ਆ ਜਾਂਦੇ ਨੇ। ਸੋ ਗੱਲ ਇਹ ਹੈਗੀ ਆ ਵੀ ਬਹੁਤ ਵਧੀਆ ਏਦਾਂ ਦੇ ਗੀਤ ਹੋਰ ਵੀ ਆਣੇ ਚਾਹੀਦੇ ਨੇ, ਪਰ ਇਹਨਾਂ ਲੋਕਾਂ ਨੂੰ ਢੀਠਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਪਹਿਲਾਂ ਤੁਹਾਡੀ ਮਿਹਰਬਾਨੀ ਟਾਈਮ ਦੇਣ ਦੀ ਜੀ, ਥੈਂਕ ਯੂ। ਧੰਨਵਾਦ ਜੀ ਸੰਧੂ ਸਾਹਿਬ, ਧੰਨਵਾਦ। ਅੱਛਾ, ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨੀ ਹੈ ਉਹ ਇਹ ਹੈ, ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਇਹ ਹੈ ਕਿ ਜਦ ਯਹੂਦੀਆਂ ਜਿਹੜੇ ਵਸੇ ਸੀ ਜਰਮਨੀ ਦੇ ਵਿੱਚ ਤੇ ਰਹਿ ਰਹੇ ਸੀ, ਤੇ ਹਿਟਲਰ ਦੇ ਸਮੇਂ ਜਦ ਗੱਲ ਚੱਲੀ ਨਾਜ਼ੀਆਂ ਦੀ, ਵੇ ਨਾ ਇਹ ਆਊਟਸਾਈਡਰ ਨੇ, ਉਹ ਬਦਲਾਅ ਕਿਵੇਂ ਹੋਇਆ? ਬਦਲਾਅ ਲੋਕ ਵੇਖ ਰਹੇ ਸੀ। ਪਹਿਲੀ ਵਰਲਡ ਵਾਰ ਤੋਂ ਬਾਅਦ ਦੂਸਰੀ ਜਦ ਸ਼ੁਰੂ ਹੋਈ ਤਾਂ ਹਿਟਲਰ ਨੇ ਜਦ ਐਕਸਪੈਂਡ ਕੀਤਾ, ਉਹਨੇ ਸਭ ਤੋਂ ਪਹਿਲਾਂ ਇੱਕ ਮਿਊਨਿਕ ਐਗਰੀਮੈਂਟ ਕੀਤਾ ਸਤੰਬਰ 29 ਤੇ 30, 1938 ਨੂੰ। ਉਹਦੀ ਡਿਮਾਂਡ ਇਹ ਸੀ ਕਿ ਚੈਕੋਸਲੋਵਾਕੀਆ ਦਾ ਇੱਕ ਏਰੀਆ ਹੈ ਜਿਹਦੇ ਵਿੱਚ ਐਥਨਿਕ ਜਰਮਨਸ ਬਹੁਤ ਰਹਿੰਦੇ ਆ, ਤੇ ਉਹ ਏਰੀਏ 'ਚ ਅਸੀਂ ਜਾਣਾ, ਤੇ ਉੱਥੇ ਅਸੀਂ ਜਾਣਾ। ਜਿਵੇਂ ਕ੍ਰਾਈਮੀਆ ਦੇ ਵਿੱਚ ਹੁਣ ਪੁਤਨ ਦੇ ਸਮੇਂ ਵੋਟਾਂ ਪਵਾਈਆਂ ਉਹਨੇ, ਇਸ ਤਰ੍ਹਾਂ ਹੀ ਇਸ ਨੇ ਸੋਚਿਆ। ਅੱਛਾ, ਜਦ ਚੈਕੋਸਲੋਵਾਕੀਆ 'ਚ ਉੱਥੇ ਗਏ, ਉੱਥੇ ਯਹੂਦੀ ਜਿਹੜੇ ਲੋਕ ਸੀ ਉਹਨਾਂ ਨੂੰ ਪਤਾ ਲੱਗ ਗਿਆ, ਵਰਲਡ ਵਾਰ ਦੂਜੀ ਤੋਂ ਪਹਿਲੀਆਂ ਗੱਲਾਂ ਨੇ ਬਈ ਇਹ ਕੁਛ ਹੋਏਗਾ। ਤੇ ਜਦ ਇਸ ਦੇ ਬਾਰੇ ਗੱਲ ਚੱਲਣ ਲੱਗ ਗਈ ਤਾਂ ਜਰਮਨ ਦੇ ਵਿੱਚੋਂ ਮੂਵ ਹੋਏ, ਇੰਗਲੈਂਡ ਦੇ ਵਿੱਚ ਪੈਦਾ ਹੋਏ ਯਹੂਦੀ ਪਰਿਵਾਰ ਚੋਂ, ਜਰਮਨ ਦੇ ਵਿੱਚੋਂ ਇੱਕ ਇਨਸਾਨ ਦਸੰਬਰ 1938 'ਚ 29 ਵਰ੍ਹਿਆਂ ਦਾ ਹੈ, ਸਟਾਕ ਬ੍ਰੋਕਰ ਹੈ, ਸਕੀਇੰਗ ਕਰਨ ਜਾ ਰਿਹਾ ਸੀ ਸਵਿਟਜ਼ਰਲੈਂਡ। ਫੋਨ ਆ ਗਿਆ ਦੋਸਤ ਦਾ, ਮਾਰਟਿਨ ਬਲੇਕ ਦਾ, ਕਹਿੰਦਾ ਛੁੱਟੀਆਂ 'ਚ ਕਰਦੇ ਖਤਮ, ਪ੍ਰਾਗ 'ਚ ਆ ਜਾ, ਬਹੁਤ ਇੱਕ ਅਸਾਈਨਮੈਂਟ ਆ ਖਾਸ, ਤੇ ਡੋਂਟ ਬੋਦਰ ਬ੍ਰਿੰਗਿੰਗ ਯੂਰ ਸਕੀਜ਼। ਜਦ ਇਨਸਾਨ ਉੱਥੇ ਪਹੁੰਚਿਆ ਤਾਂ ਜਿਹੜੇ ਕੈਂਪ ਲੱਗੇ ਹੋਏ ਸੀ, ਜਦ ਉਹਨੇ ਉਸ ਏਰੀਏ ਦੇ ਵਿੱਚ ਹਿਟਲਰ ਗਿਆ ਤਾਂ ਯਹੂਦੀ ਲੋਕ ਟਾਰਨਿਸ਼ ਹੋ ਗਏ, ਕੈਂਪ ਲੱਗੇ ਹੋਏ ਉੱਜੜ ਗਏ। ਅਕਤੂਬਰ 1938 ਦੇ ਵਿੱਚ ਜਿਹੜਾ ਮਿਊਨਿਕ ਐਗਰੀਮੈਂਟ ਹੋਇਆ ਸੀ ਜਰਮਨੀ ਤੇ ਵੈਸਟਰਨ ਯੂਰਪੀਅਨ ਪਾਵਰਸ ਦੇ ਵਿੱਚ, ਚੈਕੋਸਲੋਵਾਕੀਆ ਦੇ ਵਿੱਚ ਇਹ ਵੜ ਗਿਆ ਬੰਦਾ ਜਾ ਕੇ, ਹਿਟਲਰ, ਤੇ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਕੁਛ ਵੱਡਾ ਹੋਣ ਵਾਲਾ। ਤੇ ਉਸ ਤੋਂ ਬਾਅਦ ਜਿਹੜਾ ਨਵੰਬਰ 9 ਤੇ 10, 1938 ਨੂੰ ਹੋਇਆ, ਜਦ ਨਾਈਟ ਆਫ ਬ੍ਰੋਕਨ ਗਲਾਸ, ਤੇ ਜਾਂ ਫਿਰ ਉਸ ਨੂੰ ਕ੍ਰਿਸਟਲ ਗਲਾਸ ਕਹਿੰਦੇ ਨੇ, ਤੇ ਜਰਮਨੀ 'ਚ ਉਹਨੂੰ ਕ੍ਰਿਸਟਲ ਨਕਟ ਐ ਕਹਿੰਦੇ। ਇਹ ਰਾਤ ਹੋਈ, ਇਸ ਰਾਤ ਦੇ ਵਿੱਚ ਯਹੂਦੀਆਂ ਦੇ ਘਰ ਬਾਰ
ਤੇ ਉਜਾੜੇ ਗਏ, ਸਾੜ ਦਿੱਤੇ ਗਏ। ਇਸ ਦਿਨ ਦਾ ਉਡੀਕ ਰਹੇ ਸੀ ਕੋਈ ਵੱਡੀ ਘਟਨਾ ਹੋਵੇ। ਸਭ ਕੁਝ ਤਿਆਰ ਸੀ। ਇਹਨੂੰ ਦੇਖੋ ਤੁਸੀਂ ਪੈਰਲਲ ਕਾਰਨੇਜ ਨਵੰਬਰ 1984 ਦੇ ਹਿਸਾਬ ਦੇ ਨਾਲ। ਹੋਇਆ ਕੀ, ਪੈਰਿਸ ਦੇ ਵਿੱਚ ਨਵੰਬਰ 7 ਨੂੰ ਇੱਕ ਜਰਮਨ ਡਿਪਲੋਮੈਟ ਅਰਨਸਟ ਬੌਮ ਰਾਤ, ਉਸਨੂੰ ਇੱਕ ਪੋਲਿਸ਼ ਯਹੂਦੀ ਸਟੂਡੈਂਟ ਨੇ ਗੋਲੀ ਮਾਰ ਦਿੱਤੀ। ਜਦ ਇਹ 9 ਨਵੰਬਰ ਨੂੰ ਐਡੋਲਫ ਹਿਟਲਰ ਨੂੰ ਮਿਊਨਿਕ ਦੇ ਵਿੱਚ ਇਹ ਖਬਰ ਪਹੁੰਚੀ ਤਾਂ ਉਹ ਇੱਕ ਸੈਲੀਬ੍ਰੇਸ਼ਨ ਦੇ ਵਿੱਚ ਨਾਲ ਉਹਦੇ ਨਾਲ ਮਿਨਿਸਟਰ ਆਫ ਪ੍ਰੋਪੋਗੈਂਡਾ ਜੋਸਫ ਗੋਬਲਸ ਸੀ, ਜਿਹੜਾ ਕਹਿੰਦਾ 200 ਵਾਰ ਝੂਠ ਬੋਲਦੇ ਲੋਕ ਸੱਚ ਮੰਗਣ ਲੱਗ ਜਾਂਦੇ ਨੇ। ਬਸ ਕਰ ਦਿੱਤੀ ਤਿਆਰੀ। ਫਿਰ ਉਸੇ ਸਮੇਂ ਆਰਡਰਸ ਪਹੁੰਚ ਗਏ ਸਾਰੇ ਜਰਮਨੀ ਦੇ ਵਿੱਚ ਤੇ ਨਵੰਬਰ 9 ਨੂੰ ਪੁਲਿਸ ਨੂੰ ਦੱਸ ਦਿੱਤਾ ਹੈ ਬਈ ਖੜ ਕੇ ਸੜਦੇ ਵੇਖਣੇ ਨੇ ਸਿਨਾਗੋਗ ਯਹੂਦੀ ਲੋਕਾਂ ਦੇ, ਤੇ ਨਾਲ ਹੀ ਫੜਨੇ ਨੇ। ਜੇ ਨਾਲ ਐਰੀਅਨ ਪ੍ਰੋਪਰਟੀ ਨੂੰ ਕੋਈ ਸੇਕ ਆਉਂਦਾ ਤਾਂ ਫਿਰ ਤੁਸੀਂ ਹੋਣਾ। ਤੁਸੀਂ ਇਹਨੂੰ 100% ਵੇਖਿਓ। ਇਹ ਜਿਹੜਾ ਨਾਈਟ ਆਫ ਬ੍ਰੋਕਨ ਗਲਾਸ, ਜਿੱਦਣ ਪਹਿਲਾ ਸਿਨਾਗੋਗ ਟੁੱਟਿਆ, ਇਹਨੂੰ ਤੇ ਨਵੰਬਰ 84 ਨੂੰ ਵੇਖਿਓ ਚੀਜ਼ਾਂ ਕਿਵੇਂ ਆਪਰੇਟ ਹੁੰਦੀਆਂ ਨੇ। 2 ਦਿਨ ਤੇ 2 ਰਾਤ 1000 ਦੇ ਕਰੀਬ ਧਾਰਮਿਕ ਅਸਥਾਨ ਸਿਨਾਗੋਗ ਸਾੜ ਦਿੱਤੇ। 7500 ਯਹੂਦੀ ਬਿਜ਼ਨਸ ਲੁੱਟ ਲਏ। 91 ਯਹੂਦੀ ਮਾਰ ਦਿੱਤੇ। ਯਹੂਦੀਆਂ ਦੇ ਹਸਪਤਾਲ, ਘਰ, ਸਕੂਲ, ਕਬਰਸਤਾਨ। ਤੇ ਅਟੈਕਰ ਕੌਣ ਸੀ? ਗੁਆਂਢੀ। 30,000 ਯਹੂਦੀ 16 ਤੋਂ 60 ਸਾਲ ਤੱਕ ਦੇ ਫੜ ਲਏ। ਇਹ ਜਦ ਪੋਗਰੋਮ ਹੋਇਆ, ਕ੍ਰਿਸਟਲ ਨਾਈਟ ਆਫ ਬ੍ਰੋਕਨ ਗਲਾਸ ਜਾਂ ਕ੍ਰਿਸਟਲ ਨਾਕਟ, ਇਸ ਤੋਂ ਬਾਅਦ ਫਿਰ ਯੂਰਪ 'ਚ ਪਤਾ ਲੱਗ ਗਿਆ ਵੀ ਹੁਣ ਕੀ ਹੋਏਗੀ। ਬੰਦਾ ਸਵਿਟਜ਼ਰਲੈਂਡ ਦੀਆਂ ਛੁੱਟੀਆਂ ਨੂੰ ਕੈਂਸਲ ਕਰਕੇ ਸਿੱਧਾ ਪਹੁੰਚਿਆ ਚੈਕੋਸਲੋਵਾਕੀਆ 'ਚ। ਚੈਕੋਸਲੋਵਾਕੀਆ ਦੇ ਵਿੱਚ ਜਾ ਕੇ ਆਪਣੇ ਦਫ਼ਤਰ ਦੇ ਵਿੱਚ ਮੇਜ਼ ਲਾ ਲਿਆ। ਆਪਣੇ ਇੱਕ ਹਸਪਤਾਲ ਦੇ ਇੱਕ ਆਪਣੇ ਹੋਟਲ ਦੇ ਵਿੱਚ ਮੇਜ਼ ਲਾ ਦਿੱਤਾ, ਵੱਡਾ ਲਾਤਾ, ਤੇ ਮਾਪੇ ਆਉਣ ਲੱਗ ਗਏ। ਜਦ ਮਾਪੇ ਆਉਣ ਲੱਗ ਗਏ ਤੇ ਉਹਨਾਂ ਨੂੰ ਉਹਨੇ ਦੱਸਤਾ ਵੀ ਹੁਣ ਤੁਹਾਨੂੰ ਤਾਂ ਨਹੀਂ ਮੈਂ ਲਿਜਾ ਸਕਦਾ, ਤੁਹਾਡੇ ਜਵਾਕ ਲੈ ਜਾਂਗੇ। ਤੇ ਬਹੁਤ ਕੁਝ ਵਾਪਰਨ ਵਾਲਾ। ਜਵਾਕ ਛੱਡ ਦਿਓ। ਜਵਾਕਾਂ ਨੂੰ ਉੱਥੋਂ ਹਾਲੈਂਡ 'ਚ ਲਿਜਾ ਕੇ, ਹਾਲੈਂਡ ਤੋਂ ਫਿਰ ਬ੍ਰਿਟਨ ਸਰਕਾਰ ਤੋਂ ਪਰਮਿਸ਼ਨ ਲੈ ਕੇ 670 ਦੇ ਕਰੀਬ ਜਵਾਕ ਜਿਹੜੇ ਨੇ ਉਹ ਬ੍ਰਿਟਨ 'ਚ ਲੈ ਆਇਆ ਬੰਦਾ। ਇਹ ਉਹਨਾਂ ਦੇ ਨਾਂ, ਉਹਨਾਂ ਦੀਆਂ ਫੋਟੋਆਂ, ਉਹਨਾਂ ਦੀ ਰਜਿਸਟਰ, ਉਹਨਾਂ ਦੀ ਪੂਰੀ ਡਾਇਰੀ ਲੁਕੋ ਕੇ ਐਟਿਕ ਦੇ ਵਿੱਚ ਰੱਖ ਦਿੱਤੀ ਉੱਪਰ। ਉਹ ਡਾਇਰੀ ਹੈ ਜਿਹੜੀ, ਉਹ ਕਿਤੇ ਘਰ ਵਾਲੀ ਦੇ ਹੱਥ ਲੱਗ ਗਈ। ਤੇ ਇਹ ਪਹਿਲਾ ਉਹ ਮਾਰਚ 14 1939 ਨੂੰ ਜਵਾਕ ਲੈ ਕੇ ਆਇਆ। ਤੇ ਜਦ ਉਹ ਡਾਇਰੀ ਹੱਥ ਦੇ ਵਿੱਚ ਲੱਗ ਗਈ ਤਾਂ ਫਿਰ BBC ਨੇ ਇੰਟਰਵੀਨ ਕੀਤਾ ਤੇ ਘਰਵਾਲੀ ਨੇ ਇਹਨੂੰ ਦੱਸਿਆ ਨਾ। ਤੇ 1988 ਦੇ ਵਿੱਚ ਇੱਕ BBC ਦਾ ਰੇਡੀਓ ਪ੍ਰੋਗਰਾਮ ਦੇ ਵਿੱਚ ਉਹ ਜਵਾਕ ਜਿਹੜੇ ਨੇ ਉਹ ਲੱਭਣ ਲੱਗ ਗਏ, ਜਵਾਨ ਹੋ ਗਏ ਸੀ। ਇਹਦੀ ਘਰਵਾਲੀ ਨੇ ਜਦ BBC ਦੀ ਐਲਿਜ਼ਾਬੈਥ ਮੈਕਸਵੈਲ ਨੂੰ, ਹੋਲੋਕਾਸਟ ਰਿਸਰਚਰ ਸੀ, ਉਹਨੂੰ ਦੇ ਦਿੱਤੀ। ਤੇ ਫਿਰ ਇਕੱਠ ਹੋਇਆ। ਇਕੱਠ ਦੇ ਵਿੱਚ ਇਹ ਬੰਦਾ ਬੈਠਾ ਤੇ ਇਹਨੂੰ ਨਹੀਂ ਪਤਾ। 1988 ਦੇ ਵਿੱਚ BBC ਟੈਲੀਵਿਜ਼ਨ ਦਾ ਪ੍ਰੋਗਰਾਮ ਸੀ ਦੈਟਸ ਲਾਈਫ। ਉਹਦੇ 'ਚ ਫਿਰ ਇਹ ਜਵਾਕ ਬ੍ਰਿਟਨ 'ਚ ਵਸਦੇ 80 ਤੋਂ 90 ਜਵਾਕ ਇਕੱਠੇ ਹੋਏ ਤੇ ਉਹ ਬੈਠਾ। ਉਹ ਮੂਵੀ ਬਣੀ ਹੋਈ ਆ। ਬੈਠੇ ਹੀ ਗੱਲ ਜਿਹੜੀ ਚੱਲੀ ਬਈ ਅਸੀਂ ਅੱਜ ਕੀ ਕਰਨ ਆ ਰਹੇ ਹਾਂ, ਅਸੀਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਉੱਥੇ ਫਿਰ ਸਰ ਨਿਕੋਲਸ ਜਾਰਜ ਵਿੰਟਨ ਨੂੰ
ਜਿਹੜਾ 1909 'ਚ ਜੰਮਿਆ, 2015 'ਚ ਪੂਰਾ ਹੋਇਆ, 106 ਸਾਲ ਇੰਗਲੈਂਡ 'ਚ ਭੋਗ ਕੇ ਉਹਨਾਂ ਜਵਾਕਾਂ ਨੂੰ ਵਿੰਟਨਸ ਚਿਲਡਰਨ ਉਹਨਾਂ ਨੂੰ ਕਹਿ ਕੇ ਪੁਕਾਰਿਆ ਗਿਆ। 669 ਜਵਾਕ ਚੈਕੋਸਲੋਵਾਕੀਆ 'ਚੋਂ ਉਹ ਲੈ ਕੇ ਗਿਆ, ਜਿਨ੍ਹਾਂ ਦੇ ਜ਼ਿਆਦਾ ਮਾਪੇ ਔਸ਼ਵਿਜ਼ ਦੇ ਵਿੱਚ, ਜਿਹੜਾ ਪੋਲੈਂਡ ਦਾ ਔਸ਼ਵਿਜ਼ ਕੈਂਪ ਸੀ, ਬਹੁਤ ਵਾਰ ਤੁਹਾਨੂੰ ਗੱਲਾਂ ਸੁਣਾਈਆਂ, ਜਿਹਦੇ 'ਚ ਟ੍ਰੇਨਾਂ ਭਰ ਭਰ ਕੇ ਯਹੂਦੀ ਲੈ ਕੇ ਆਏ ਅਤੇ ਇੱਕ ਬੰਨੇ ਨਲਾਉਣ ਨੂੰ ਕਹਿ ਕੇ ਵੀ ਇਹਦੇ 'ਚ ਨਹਾ ਕੇ ਪਰਲੇ ਪਾਸੇ ਨਿੰਘੋ, ਅਤੇ ਉਹ ਚੈਂਬਰ ਦੇ ਵਿੱਚ ਗੈਸ ਸੀ, ਮਾਰ ਦਿੱਤੇ, ਸਾੜ ਤੇ ਪਤਾ ਹੀ ਨਹੀਂ ਕੀ ਕੁਛ ਹੋਇਆ। ਸੋ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਇਨਾਮ ਇਸ ਬੰਦੇ ਨੂੰ ਮਿਲੇ, ਤੇ ਨਾਲ ਹੀ ਜਿਹੜੇ ਬੰਦੇ ਬਚਾਏ, ਉਹ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਵੱਡੀਆਂ ਖੋਜਾਂ ਕੀਤੀਆਂ। ਲੈਸਲੀ ਬ੍ਰੈਂਟ, ਜਿਸ ਨੇ ਗਰਾਊਂਡ ਬ੍ਰੇਕਿੰਗ ਕੰਮ ਕੀਤਾ ਇਮਿਊਨ ਟੋਲਰੈਂਸ 'ਤੇ, ਇਮਿਊਨੋਲੋਜਿਸਟ ਹੈ। ਉਸ ਤੋਂ ਬਾਅਦ ਬਾਰਟਨ ਡਬਸ, ਬ੍ਰਿਟਿਸ਼ ਲੇਬਰ ਪਾਰਟੀ ਦਾ ਪੋਲੀਟੀਸ਼ੀਅਨ, ਫਾਰਮਰ ਮੈਂਬਰ ਆਫ ਪਾਰਲੀਮੈਂਟ। ਹੈਨੀ, ਕੋਈ ਨਾਂ ਥੋੜ੍ਹੇ ਜਿਹੇ ਕਿਉਂਕਿ ਯਹੂਦੀ ਨਾਂ ਨੇ, ਹੈਨੀ ਹੈਲਬਸਟੈਮ, ਮੈਥੇਮੈਟਿਕਸ ਦਾ ਸਭ ਤੋਂ ਵੱਡਾ ਬੰਦਾ, ਮੈਥੇਮੈਟੀਸ਼ੀਅਨ। ਰੈਨੇਟਾ ਲੈਕਸੋਵਾ, ਪੀਡੀਆਟ੍ਰਿਕ ਜਿਹੜਾ ਸਪੈਸ਼ਲਿਸਟ, ਜਿਹਨੇ 9 ਬਹੁਤ ਵੱਡੇ ਜੀਨਿਸਟ, ਜਿਹੜਾ ਨਵੇਂ ਜੀਨ ਜਿਹੜੇ ਬਣਾਏ, ਜੀਨਸਿਸਟ ਜਿਹੜਾ ਸੀ। ਅਤੇ ਇਸੀ ਮਾਡਰਨ ਆਰਕੀਟੈਕਟ, ਮੇਅਰ, ਪੋਇਟ, ਕੈਰਲ, ਫਿਲਮ ਮੇਕਰ, ਜੋ ਕੈਨੇਡੀਅਨ ਟੈਲੀਵਿਜ਼ਨ ਜਰਨਲਿਸਟ ਐਂਡ ਆਥਰ। ਅਤੇ ਇਹ ਬੰਦੇ 669 ਬਚਾ ਕੇ ਲੈ ਕੇ ਆਇਆ, ਜਿਨ੍ਹਾਂ ਦੇ ਸਾਰੇ ਮਾਪੇ ਫਿਰ ਯਹੂਦੀਆਂ ਨੇ ਮਾਰ ਦਿੱਤੇ ਸੀ। ਅੱਜ ਮੈਨੂੰ ਸਵੇਰੇ ਬਾਈ ਜੀ ਜੀਤੀ ਨੇ, ਦੋਸਤ ਮੇਰੇ ਟੋਰਾਂਟੋ ਤੋਂ, ਉਹਨਾਂ ਨੇ ਇੱਕ ਵੀਡੀਓ ਭੇਜੀ, ਸ਼ੋਅ ਮੈਂ ਰੈਡੀ ਕੀਤੇ ਹੋਏ ਸੀ ਆਪਣੇ। ਉਹ ਵੀਡੀਓ ਸੀ ਜਦ ਨਿਕਲਸ ਵਿੰਟਨ BBC ਦੇ ਇਸ ਇਕੱਠ 'ਚ, ਇੱਕ ਵੈਸੇ ਹੀ ਉਹਦੀ ਘਰਵਾਲੀ ਉਹਨੂੰ ਲੈ ਆਈ ਨਾਲ, ਵੀ ਆਪਾਂ ਇੱਕ ਇਵੈਂਟ ਜਰਨਲਿਸਟਾਂ ਦਾ ਅਟੈਂਡ ਕਰਨ ਜਾਣਾ। ਉਹ ਬੈਠਾ ਹੈ, ਸਾਰਾ ਹਾਲ ਉੱਠ ਖੜਿਆ, ਸਾਰਾ ਹਾਲ ਉੱਠ ਖੜਿਆ। 1938 ਤੋਂ 1888 ਤੱਕ 50 ਸਾਲ ਉਸਨੇ ਇਸ ਨੂੰ ਲੁਕੋ ਕੇ ਰੱਖਿਆ, ਨਹੀਂ ਪਤਾ ਲੱਗਣ ਦਿੱਤਾ ਵੀ ਮੈਂ ਇਹਨਾਂ ਨੂੰ ਲੈ ਕੇ ਆਇਆ ਜਵਾਕਾਂ ਨੂੰ। ਉਹ ਡਾਇਰੀ ਵੀ ਲੁਕੋ ਦਿੱਤੀ। ਤੇ ਉਹਦੇ ਬਾਅਦ ਕੁਛ ਇਹ ਬੱਚੇ ਨੇ ਆਪਣੇ ਮਾਪਿਆਂ ਨੂੰ ਮਿਲ ਵੀ ਗਏ, ਕੁਛ ਬੱਚੇ, ਤੇ ਬਹੁਤ ਵੱਡੇ ਉਸ ਨੂੰ ਇਨਾਮ ਮਿਲੇ। ਨਾਈਟਡ ਕੁਈਨ ਐਲਿਜ਼ਾਬੈਥ II ਨੇ ਉਸ ਨੂੰ ਦਿੱਤਾ, ਅਤੇ ਬਹੁਤ ਵੱਡਾ ਅਵਾਰਡ ਆ, ਹਾਈਐਸਟ ਆਨਰ, ਜਿਹੜਾ ਚੈੱਕ ਰਿਪਬਲਿਕ ਦਾ ਆਰਡਰ ਆਫ ਵਾਈਟ ਲਾਇਨ, ਚੈੱਕ ਪ੍ਰੈਜ਼ੀਡੈਂਟ ਜ਼ਿਮਾਨ ਨੇ ਉਹਨੂੰ ਦਿੱਤਾ। 2015 'ਚ ਸੁੱਤਾ ਪਿਆ ਪੂਰਾ ਹੋ ਗਿਆ, 106 ਵਰ੍ਹਿਆਂ ਦਾ। ਆਲੇ ਦੁਆਲੇ ਦੇ ਲੋਕ ਉੱਠ ਖੜ੍ਹੇ, ਇਸ ਨੂੰ ਪਤਾ ਲੱਗ ਗਿਆ ਵੀ ਮੇਰਾ ਅੱਜ ਪਤਾ ਲੱਗ ਗਿਆ ਵੀ ਮੈਂ ਇਹਨਾਂ ਨੂੰ ਲੈ ਕੇ ਆਇਆ। ਸਿਰ ਮਾਰੇ, ਰੋਵੇ। ਸਾਰੇ ਜਵਾਕ ਸੀ ਉਹ ਜਿਹੜੇ ਬਚਾ ਕੇ ਲੈ ਕੇ ਆਇਆ 1939 'ਚ, ਅਤੇ ਉਹਨਾਂ ਜਵਾਕਾਂ ਨੇ ਓਨਰ ਕੀਤਾ, ਵਿੰਟਨਸ ਚਿਲਡਰਨ ਉਹਨਾਂ ਦਾ ਨਾਂ ਹੈ। ਅਤੇ ਉਹ ਅੱਜ ਬੰਦੇ ਵਸ ਰਹੇ ਨੇ ਇੰਗਲੈਂਡ ਦੇ ਵਿੱਚ। 669 ਜਵਾਕ। ਸਕੀ ਕਰਦਾ ਸਵਿਟਜ਼ਰਲੈਂਡ ਨੂੰ, ਚੈਕੋਸਲੋਵਾਕੀਆ ਚਲੇ ਗਿਆ, ਅਤੇ ਉਹਨੂੰ ਪਤਾ ਲੱਗ ਗਿਆ ਵੀ ਕੁਛ ਹੋ ਰਿਹਾ। ਕਿਉਂ ਜਿਹੜਾ ਵੱਡਾ ਜਿਹੜਾ ਪ੍ਰੋਗਰਾਮ ਹੋਇਆ ਆਪਣੇ ਜਦ ਨਵੰਬਰ ਦੇ ਵਿੱਚ, ਤਾਂ ਉਸ ਨਵੰਬਰ 1938 ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਇਹ ਗੜਬੜ ਹੈ, ਇਸ ਨੇ ਮਾਰ ਦੇਣੇ ਨੇ ਯਹੂਦੀ ਲੋਕ। 1909 'ਚ ਜੰਮਿਆ, 2015 ਦੇ ਵਿੱਚ ਸਰ ਨਿਕਲਸ ਵਿੰਟਨ, ਗੂਗਲ ਕਰਿਓ। ਮਨੁੱਖਤਾ ਦੀ ਸੇਵਾ ਕਰਕੇ ਜਿਹੜਾ ਸਵਾਦ ਆਉਂਦਾ ਹੈ, ਜਿਹੜਾ ਲੋਕਾਂ ਨੂੰ ਸਰਵ ਕਰਕੇ ਸਵਾਦ ਆਉਂਦਾ ਹੈ, ਉਹਦੇ ਵਰਗੀ ਰੀਸ ਨਹੀਂ ਹੈ ਕੋਈ। ਅਤੇ ਕਿਸ ਤਰ੍ਹਾਂ ਜੈਨੋਸਾਈਡ ਹੁੰਦਾ ਹੈ, ਅਤੇ ਇਹ ਜਿਹੜਾ 9 ਨਵੰਬਰ ਦੀ ਤਾਰੀਖ ਵੇਖੋ, ਕੁਦਰਤੀ ਨਵੰਬਰ ਦੇ ਵਿੱਚ 9 ਤੇ 10 ਨੂੰ ਜਿਹੜਾ ਜਰਮਨੀ 'ਚ ਹੋਇਆ, ਸਾਰੀ ਪੁਲਿਸ ਖੜੀ ਹੈ। ਉਹ ਕਹਿੰਦਾ ਵੀ ਇਸ ਤਰ੍ਹਾਂ ਮਾਰਨਗੇ, ਤੁਸੀਂ ਹੱਥ ਨਹੀਂ ਲਾਉਣਾ। ਗੋਬਲਸ ਦੀਆਂ ਇੰਸਟਰਕਸ਼ਨਾਂ ਸਾਰੀ ਪੁਲਿਸ ਨੂੰ। ਅਤੇ ਯਹੂਦੀ ਜਿਹੜੇ ਨੇ ਉਹ ਉਜਾੜ ਦਿੱਤੇ। ਅਤੇ ਉਹਦੇ ਬਾਅਦ ਮਤਲਬ ਇਹਦੇ ਤੋਂ ਬਾਅਦ ਜਦ ਖਤਮ ਹੋਇਆ,
ਫਿਰ ਇਹ ਕ੍ਰਿਸਟਲ ਨਾਈਟ, ਦ ਨਾਈਟ ਆਫ ਬ੍ਰੋਕਨ ਗਲਾਸਿਸ, ਇਹਦੀ ਗੱਲ ਚੱਲੀ ਅਤੇ ਇਹ ਮਿਲੀਅਨਸ ਤੋਂ ਬਿਲੀਅਨਸ ਤੱਕ ਦਾ ਜਿਹੜਾ ਇਹ ਉਹ ਉਜੜੇ ਅਤੇ ਰਬਲ ਜਿਹੜੀ ਸਵਾਹ ਸੀ ਸਿਨਾਗੋਗ ਦੀ, ਉਹ ਯਹੂਦੀ ਬੰਦਿਆਂ ਨੂੰ ਹੀ ਸਾਫ਼ ਕਰਨੀ ਪਈ। ਅਤੇ ਨਾਜ਼ੀ ਗਵਰਨਮੈਂਟ ਨੇ ਫਾਈਨ ਜਿਹੜੇ ਕੀਤੇ, $400 ਮਿਲੀਅਨ 1938 'ਚ, ਜਿਹੜਾ 1 ਬਿਲੀਅਨ ਦੇ ਮਾਰਕ ਜਦ ਬਣਦੇ ਸੀ, ਯਹੂਦੀ ਕਮਿਊਨਿਟੀ ਨੂੰ $400 ਮਿਲੀਅਨ ਦਾ ਫਾਈਨ ਉਸ ਸਮੇਂ ਕੀਤਾ, ਮਾਰਨ ਤੋਂ ਬਾਅਦ। ਤੇ ਪਰ ਉਸ ਤੋਂ ਬਾਅਦ ਫਿਰ ਕੁਛ ਸਾਲਾਂ ਦੇ ਵਿੱਚ ਨੈਕਸਟ ਈਅਰ ਇਨ ਯਰੂਸ਼ਲਮ ਕਹਿਣ ਵਾਲਿਆਂ ਨੂੰ ਉਹਨਾਂ ਦਾ ਦੇਸ਼ ਵੀ ਮਿਲਿਆ। 604 204 0600 ਇਸ ਦੇ ਬਾਰੇ ਜੇ ਗੱਲ ਕਰ, ਜਿਹੜਾ ਪੋਗਰੋਮ ਕਹਿੰਦੇ ਨੇ ਨਾ, ਇਹ ਰਸ਼ੀਅਨ ਸ਼ਬਦ ਹੈ, ਰਾਈਟ ਇਸ ਨੂੰ ਕਹਿੰਦੇ ਨੇ, ਡੈਵਸਟੇਸ਼ਨ ਵੀ ਕਹਿੰਦੇ ਨੇ। ਇਹ ਵੀ ਹੋਇਆ ਰਸ਼ੀਆ ਦੇ ਵਿੱਚ, ਅਤੇ ਰਸ਼ੀਅਨ ਐਮਪਾਇਰ ਦੇ ਸਮੇਂ ਯਹੂਦੀ ਬਹੁਤ ਉਜਾੜੇ ਨੇ ਰਸ਼ੀਆ ਦੇ ਵਿੱਚੋਂ। 1881 'ਚ ਅਲੈਗਜ਼ੈਂਡਰ II ਦੇ ਅਸੈਸੀਨੇਸ਼ਨ ਦੇ ਸਮੇਂ ਈਵਨ ਯਹੂਦੀਆਂ ਨੇ ਸੀ ਕੀਤਾ, ਪਰ ਇੱਕ ਖਬਰ ਫੈਲਾ ਦਿੱਤੀ ਕਿ ਯਹੂਦੀਆਂ ਨੇ ਇਸ ਨੂੰ ਮਾਰਿਆ। 200 ਸ਼ਹਿਰਾਂ ਦੇ ਵਿੱਚ ਰਸ਼ੀਅਨ ਭੀੜ ਨੇ ਯਹੂਦੀਆਂ ਦੀਆਂ ਘਰ-ਬਾਰ ਉਜਾੜ ਦਿੱਤੇ, 200 ਸ਼ਹਿਰਾਂ 'ਚ ਸਾੜ ਦਿੱਤੇ, ਮਾਰ ਦਿੱਤੇ। ਇਸ ਕੌਮ ਨਾਲ ਬਹੁਤ ਕੁਝ ਹੋਇਆ ਜੇ ਤੁਸੀਂ ਦੇਖੋ ਨਾ ਉਹਨਾਂ ਨੂੰ, ਪਰ ਇਹਦੇ ਵਿੱਚੋਂ ਨਿਕਲਿਆ ਵੇਖੋ ਕੀ, 5 ਸਾਲਾਂ ਦੇ ਵਿੱਚ ਵਰਲਡ ਵਾਰ ਮੁੱਕਦੀ ਹੈ, ਵਰਲਡ ਵਾਰ ਮੁੱਕਦੀ ਸਾਰੀ ਉਹਨਾਂ ਨੂੰ ਉਹਨਾਂ ਦਾ ਦੇਸ਼ ਮਿਲ ਜਾਂਦਾ। ਸੋ ਇਹ ਜਿਹੜੀ ਤੁਹਾਨੂੰ ਗੱਲ ਅੱਜ ਸੁਣਾਈ ਹੈ ਮੈਂ ਨਿਕਲਸ ਵਿੰਟਨ ਦੀ, ਇਸ ਤਰ੍ਹਾਂ ਵੀ ਹੁੰਦਾ ਹੈ। ਜਿਹੜੇ ਸੇਵਾ ਕਰਦੇ ਨੇ ਲੋਕ, ਉਹ ਇਸ ਤਰ੍ਹਾਂ ਹੀ ਕਰਦੇ ਆ। ਅਤੇ ਕਿੰਨੀ ਲੰਮੀ ਉਮਰ, ਅੱਛਾ ਕਰਨ ਤੋਂ ਬਾਅਦ ਫਿਰ 50 ਸਾਲ ਲੁਕੋਤੀ, ਉਹ ਬਿਲਕੁਲ ਉਹ ਡਾਇਰੀ ਉਹ ਐਟਕ ਦੇ ਵਿੱਚ ਰੱਖਤੀ ਕਿ ਡਾਇਰੀ ਨਾ ਮਿਲੇ। ਸਾਫ ਸਫਾਈਆ ਕਰਦੇ, ਕਿਤੇ ਡਾਇਰੀ ਘਰ ਵਾਲੀ ਨੂੰ ਮਿਲ ਗਈ। ਉਹਨੇ ਫਿਰ ਹੌਲੀ ਦੇ ਕੇ BBC ਦੀ ਹੋਲੋਕਾਸਟ ਦੀ ਰਿਸਰਚਰ ਨੂੰ ਦੇ ਦਿੱਤੀ, ਅਤੇ ਉਹਨਾਂ ਨੇ 1988 'ਚ ਇਕੱਠੇ ਕਰਕੇ ਫਿਰ ਇਸ ਨੂੰ ਸਤਿਕਾਰ ਦਿੱਤਾ। ਫਿਰ ਪਤਾ ਲੱਗਿਆ ਬਾਹਰ ਵੀ ਆਹ ਬੰਦਾ ਜਿਹੜਾ 670 ਜਵਾਕ ਚੈਕੋਸਲੋਵਾਕੀਆ ਚੋਂ ਲੈ ਕੇ ਆਇਆ, ਸਾਰੇ ਜਵਾਕਾਂ ਦੇ ਕਰਕੇ ਫਿਰ ਉਸ ਨੂੰ ਬੜਾ ਸਤਿਕਾਰ ਜਿਹੜਾ ਮਿਲਿਆ। ਇੱਕ ਵਿੰਟਨ ਟ੍ਰੇਨ ਵੀ ਬਣਾਈ 2009 'ਚ 1 ਸਤੰਬਰ ਨੂੰ। ਉਹ ਟ੍ਰੇਨ ਜਿਹੜੀ ਚੈਕੋਸਲੋਵਾਕੀਆ ਤੋਂ ਨੈਦਰਲੈਂਡਸ ਦੇ ਵਿੱਚ, ਉਸ ਸਮੇਂ ਹਾਲੈਂਡ ਦੇ ਵਿੱਚ, ਇਹ ਸਟੀਮ ਲੋਕੋਮੋਟਿਵ ਸੀ। 1900 ਉਸ ਸਮੇਂ ਇਹ ਪ੍ਰਾਗ ਮੇਨ ਰੇਲਵੇ ਸਟੇਸ਼ਨ ਤੋਂ, ਅਤੇ ਉਸ ਸਮੇਂ ਕਿੰਡਰ ਟਰਾਂਸਪੋਰਟ, ਇੱਕ ਜਿਹੜੇ ਬੱਚੇ ਸੀ ਯੂਥ ਬੱਚੇ, ਉਹਨਾਂ ਨੂੰ ਟਰਾਂਸਪੋਰਟ ਕਰਨ ਲਈ ਉਸ ਸਮੇਂ ਕਿੰਡਰ ਟਰਾਂਸਪੋਰਟ ਵੀ ਸੀ। ਇਹ ਵੀ ਵਿੰਟਨ ਚਿਲਡਰਨ, ਅਤੇ ਇਹ ਟ੍ਰੇਨ ਵਿੰਟਨ ਟ੍ਰੇਨ ਬਣਾਈ। ਆਰਡਰ ਆਫ ਵਾਈਟ ਲਾਇਨ ਵੀ ਉਸ ਨੂੰ ਮਿਲਿਆ, ਬਹੁਤ ਕੁਛ ਮਿਲਿਆ। ਅਤੇ ਪਰ ਉਹ ਲੈਣਾ ਨਹੀਂ ਸੀ ਚਾਹੁੰਦਾ। ਜਦ ਉਸ ਨੂੰ BBC ਦੇ ਉਸ ਇਕੱਠ ਦੇ ਵਿੱਚ ਕਿਹਾ ਤਾਂ ਉਹ ਰੋ ਰਿਹਾ ਸੀ ਬਈ ਘਰਵਾਲੀ ਨੇ ਇਹ ਗੱਲ ਮੇਰੀ ਬਾਹਰ ਕਿਉਂ ਦੱਸੀ। ਸੋ ਇਸ ਤਰ੍ਹਾਂ ਦੀ ਦੁਨੀਆ ਹੁੰਦੀ ਹੈ। ਦੂਸਰੀ ਗੱਲ, ਜਿਹੜੀ ਹੁਣ ਆਪਾਂ ਆਪਣੀਆਂ ਸੜਕਾਂ 'ਤੇ, ਪਾਰਕਾਂ ਦੇ ਵਿੱਚ ਕਈ ਦਰਵੇਸ਼ ਆਤਮਾਵਾਂ ਵੇਖਣਗੀਆਂ ਤੁਸੀਂ ਬਈ, ਉਹ ਲੋਕਾਂ ਦਾ ਸੁੱਟਿਆ ਹੋਇਆ, ਲੋਕਾਂ ਨੇ ਸੁੱਟਿਆ, ਜਾਨਵਰ ਨਹੀਂ ਸੁੱਟ ਕੇ ਜਾਂਦੇ, ਲੋਕਾਂ ਦਾ ਸੁੱਟਿਆ ਹੋਇਆ ਕਚਰਾ ਚੁੱਕ ਰਹੇ ਹੁੰਦੇ ਨੇ। ਉਹ ਜਿਹੜੀਆਂ ਨੇ ਸੇਵਾਵਾਂ, ਡਿਊਟੀ ਲੱਗੀ ਹੋਈ ਹੈ। ਲੋਕ ਸਿੱਟਦੇ ਨੇ, ਜਾਨਵਰ ਨਹੀਂ ਸਿੱਟਦੇ। ਲੋਕਾਂ ਦਾ ਸੁੱਟਿਆ ਉਹ ਚੱਕਦੇ ਆ ਸਫਾਈ ਰੱਖਣ ਲਈ। ਸੇਵਾ ਕਿਸੇ ਵੀ ਰੂਪ 'ਚ ਹੋ ਸਕਦੀ ਹੈ। ਸੇਵਾ ਨੂੰ ਤੁਸੀਂ ਕਿਵੇਂ ਕਰ ਲਓ, ਪਰ ਕਰਕੇ ਵੇਖਿਓ ਆਨੰਦ ਕਿਵੇਂ ਆਉਂਦਾ। ਤੁਸੀਂ ਮਹਿਸੂਸ ਦੇਖਿਓ ਕਰਕੇ, ਜਦ ਤੁਸੀਂ ਕਰਦੇ ਹੋ ਕਿਸੇ ਵੀ ਧਾਰਮਿਕ ਸਥਾਨਾਂ 'ਤੇ ਕਰਦੇ ਹੋ। ਲੰਗਰ 'ਚ ਹੁਣ ਤੁਸੀਂ ਕੋਈ ਬਹੁਤ ਗੁਰਦੁਆਰਾ ਸਾਹਿਬਾਨਾਂ 'ਚ ਵੇਖੋਗੇ, ਬਹੁਤ ਰੂਹਾਂ ਨੇ ਜਿਹੜੀਆਂ ਉੱਪਰ ਮਹਾਰਾਜ ਨੂੰ ਨਤਮਸਤਕ ਹੋ ਕੇ ਸਿੱਧਾ ਆਪਣੇ ਲੰਗਰ 'ਚ ਉਹਨਾਂ ਨੇ ਸੇਵਾ ਹੀ ਕਰਨੀ ਹੈ। ਦਾਲ ਸਬਜ਼ੀ ਦੇ ਛਿੱਟੇ ਪਏ ਹੁੰਦੇ ਨੇ, ਲਿਬੜੇ ਹੁੰਦੇ ਨੇ,
ਘੰਟਿਆਂ ਵੱਧੀ ਦਾਲ ਸਬਜ਼ੀ ਪਾਉਣੀ, ਜੜਾਕੇ ਪੈਂਦੇ ਲੱਕ ਦੇ ਝੁੱਕ ਕੇ, ਤੇ ਮੂਹਰੇ ਸੰਗਤ ਜਿਹੜੀ ਬੈਠੀ ਹੁੰਦੀ ਹੈ ਉਹ ਜਦੋਂ ਪਾਉਣ ਲੱਗਦਾ ਹੈ ਅਗੀਸ ਕੇ ਗਰਦਨ ਪਹਿਲਾਂ ਬਾਲਟੀ 'ਚ ਨੂੰ ਝਾਕਦੀ ਆ ਵੀ ਕੀ ਹੈ, ਦਾਲ ਆ ਕਿ ਸਬਜ਼ੀ ਆ, ਕਿਹੜੀ ਆ, ਨਾ 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 ਨਾ, ਫਿਰ ਉੱਥੇ ਕਹਿੰਦਾ ਨਾ ਦਾਲ ਨਹੀਂ, ਚਿੱਟਾ ਸਮਾਨ ਲਿਆ ਮਾੜਾ ਜਿਹਾ ਅੰਦਰ ਜਿਹੜਾ ਸਰੀਰ ਸੁਰਤ ਹੋਵੇ। ਗੁਰੂ ਮਹਾਰਾਜ ਦੇ ਲੰਗਰਾਂ ਦੇ ਵਿੱਚ ਅਸੀਂ ਵੇਖ ਕੇ ਛਕਦੇ ਹਾਂ ਵੀ ਤੁਸੀਂ ਗਰਦਨ ਉੱਪਰ ਨੂੰ ਕਰਦੇ ਹੋ, ਉਹ ਪਾਉਣ ਲੱਗਿਆ ਗਰਦਨ ਵੇਖ ਕੇ ਨਾ 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 ਪਾਈ ਨਾ ਯਾਰ, ਉਹ ਪਾਉਣ ਲੱਗਦਾ ਬਸ 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 ਬਸ। ਬਹੁਤ ਕੁਛ ਚੀਜ਼ਾਂ ਠੀਕ ਹੋਣ ਵਾਲੀਆਂ ਨੇ। ਕਈ ਮੈਨਿਊ ਵੀ ਪੁੱਛਦੇ ਨੇ ਬਾਹਰ ਜਾ ਕੇ ਕਈ ਗੁਰੂ ਘਰਾਂ 'ਚ ਕੀ ਬਣਿਆ ਅੰਦਰ ਅੱਜ, ਕਈਆਂ ਦਾ ਪਤਾ ਲੱਗ ਜਾਂਦਾ ਬਾਹਰ ਵੀ ਅੰਦਰ ਜਲੇਬੀਆਂ ਕੜਕਦੀਆਂ ਨੇ, ਪਲੇਟਾਂ 'ਚ ਪਾ ਕੇ ਬਾਹਰ ਬੈਂਚਾਂ 'ਤੇ ਬਹਿ ਕੇ ਛਕਣ ਲੱਗੇ ਹੁੰਦੇ ਨੇ। ਮਤਲਬ ਇਹ ਸੇਵਾ, ਖੈਰ ਮੈਂ ਇਸ ਨੂੰ ਨਹੀਂ ਕਹਿੰਦਾ ਸੇਵਾ ਤਾਂ ਉੱਤਮ ਹੈ, ਪਰ ਜਦੋਂ ਸੇਵਾ ਕਰਦੇ ਆ ਅਸੀਂ ਕੁਛ ਵੇਖ ਕੇ ਨਾ ਕਰੀਏ ਕਿ ਆਹ ਚੀਜ਼ਾਂ ਤੇ ਆਹ ਚੀਜ਼ਾਂ। ਹੁਣ ਰਵੀ ਸਿੰਘ ਹੋਣੀ ਨੇ ਇਹ ਨਹੀਂ ਹੈ ਕਿ ਬਹੁਤ ਕਰ ਲੈਣ, ਬੜਾ ਉਹਨਾਂ ਦੇ ਕ੍ਰਿਟਿਸਾਈਜ਼ ਹੁੰਦਾ, ਦੇਖੋ ਜੀ ਇਹ ਐਂ ਕਰਦਾ, ਦੇਖੋ ਜੀ ਇਹ ਐਂ ਕਰਦਾ, ਕਰਕੇ ਤਾਂ ਦੇਖੋ, ਡਿੰਗ ਤਾਂ ਪੱਟੋ, ਛੱਡ ਕੇ ਤਾਂ ਦੇਖੋ ਜੁੱਲਾ, ਜਾ ਕੇ ਵਰਦੀਆਂ ਗੋਲੀਆਂ ਦੇ ਵਿੱਚ ਰਾਕ 'ਚ ਖੜ ਕੇ ਜਦ ਰੋਟੀ ਕੁਰਦਾਂ ਨੂੰ ਜਵਾਕਾਂ ਨੂੰ ਪੁੱਛੋ ਰਵੀ ਸਿੰਘ ਖਾਲਸਾ ਕੌਣ ਹੈ, ਜਾ ਕੇ ਦੇਖਿਓ ਚੈੱਕ ਕਰਕੇ। ਯਜ਼ੀਦੀ ਜਵਾਕੜੀਆਂ ਜਿਹੜੀਆਂ ਵੇਚਤੀਆਂ ਚੱਕ ਕੇ ਦੁਸ਼ਮਣਾਂ ਨੇ, ਧਰਮ ਦੇ ਨਾਂ 'ਤੇ ਰਾਜ ਮੰਗਣ ਵਾਲਿਆਂ ਨੇ, ਉਹਨਾਂ ਨੂੰ ਪੁੱਛੋ ਵੀ ਬੁੱਕਲ 'ਚ ਜਦ ਲਿਆ ਭੋਰਾ ਭਰ ਜਵਾਕੜੀਆਂ ਨੂੰ, ਉਹਨਾਂ ਦਾ ਸਮਾਂ ਕਿਹੋ ਜਿਹਾ ਸੀ। ਅਤੇ ਪੰਜਾਬ ਦੇ ਵਿੱਚ ਹੜ੍ਹ ਆ ਗਏ, ਮੱਝਾਂ ਮਰ ਗਈਆਂ, ਅਤੇ ਜੇ ਅਤੇ ਬਹੁ ਤੇ ਕਰਕੇ ਫਿੱਟ ਬਹੁਤ ਨੇ। ਮੇਰੇ ਵਰਗੇ ਨੇ ਡਾਲਰ ਨਹੀਂ ਭੇਜਿਆ, ਵੀ ਪੈਸੇ ਦਾ ਉਹ ਹਿਸਾਬ ਦੇਣਾ ਚਾਹੀਦਾ ਇਹਨੂੰ, ਬੈਠੇ ਹੀ ਕਹਿਣਗੇ ਕਈ। ਸੇਵਾ ਜਿਹੜੀ ਆ ਨਾ ਮਨੁੱਖਤਾ ਦੀ, ਉਹਦਾ ਕੋਈ ਵੀ ਰੂਪ ਹੋ ਸਕਦਾ, ਉਹ ਇਕੱਲਿਆਂ ਵੀ ਹੋ ਸਕਦੀ ਹੈ, ਸੰਗਠਨਤ ਹੋ ਕੇ ਵੀ ਹੋ ਸਕਦੀ ਹੈ, ਪਰ ਮਹਿਸੂਸ ਕਰੋਗੇ ਜਦ ਤੁਸੀਂ ਉਸ ਜਗ੍ਹਾ 'ਤੇ ਖੜੋਗੇ ਸੇਵਾ 'ਤੇ। ਡਰਾਮਾ ਵੀ ਹੋ ਸਕਦਾ। ਹੁਣ ਅੱਜ ਕੱਲ੍ਹ ਇੱਥੇ ਬਹੁਤ ਚੱਲਿਆ ਹੋਇਆ ਸਰੀ ਦੇ ਵਿੱਚ ਆਰਗੇਨਾਈਜੇਸ਼ਨਸ, ਗ੍ਰਾਂਟਸ, ਚੱਕ ਦੋ ਪੈਰ ਤੋਂ, ਮਤਲਬ ਨੈਣਾ ਦੀ ਲਾਲੀ ਚੱਕ ਦੋ, ਆਹ ਲੈ ਲਓ ਉਹ ਲੈ ਲਓ, ਅਤੇ ਬਿਜ਼ਨਸ ਪਲਾਨ ਕਰੋ ਅਤੇ ਲਓ ਆਪਣਾ, ਅਤੇ ਕੋਈ ਅਕਾਊਂਟੇਬਿਲਟੀ ਨਹੀਂ। ਅਕਾਊਂਟੇਬਿਲਟੀ ਕਿਹਨੇ ਕਰਨੀ ਹੈ? ਲੋਕਾਂ ਨੇ। ਲੋਕ ਕਹਿੰਦੇ ਚੁੱਪ ਨੇ, ਇਉਂ ਨਹੀਂ ਸੋਚਦੇ ਵੀ ਜਿਹੜਾ 5-7 ਮਿਲੀਅਨ ਆਉਂਦਾ ਇਹ ਕਿਹਦਾ? ਤੁਹਾਡੀ ਜੇਬ ਦਾ ਪੈਸਾ। ਤੁਸੀਂ ਪੁੱਛ ਸਕਦੇ ਹੋ ਵੀ ਭਾਈ ਕੀ ਕਰਦੇ ਹੋ ਤੁਸੀਂ? ਸਵੇਰ ਤੋਂ ਚਾਹ ਦਾ ਬਲਟੋਹਾ ਲੱਗ ਜਾਂਦਾ ਉਬਲਣ, ਅਤੇ ਸੜਾਕੇ ਮਾਰ ਮਾਰ ਛਕਦੇ ਹੋ। ਕੋਈ ਦੱਸ ਸਕਦਾ ਕੌਣ ਨੇ ਬੋਰਡ ਆਫ ਡਾਇਰੈਕਟਰ, ਕੌਣ ਨੇ ਪ੍ਰੈਜ਼ੀਡੈਂਟ, ਕੀ ਬੈਕਗਰਾਊਂਡ ਆ ਉਹਨਾਂ ਨੇ, ਕੀ ਕਮਿਊਨਿਟੀ ਲਈ ਕੀਤਾ, ਕੀ ਜੁਗਾੜ ਬੰਨਿਆ ਹੋਇਆ? ਪਤਾ ਨਹੀਂ ਕਰਦਾ ਕੋਈ, ਲੋੜ ਨਹੀਂ ਹੈ। ਸੋ ਇਹ ਜੇ ਇਹੋ ਜਿਹੀ ਸੇਵਾ ਜਿਹੜੀ ਹੋ ਰਹੀ ਹੈ ਉਹਦੇ 'ਤੇ ਨਿਗਾਹ ਨਾ ਰੱਖਣੀ, ਉਹ ਵੀ ਮਾੜੀ ਹੈ। ਜਾਂ ਆਪਣੇ ਡਾਲਰ ਉੱਥੇ ਦੇਣੇ ਜਿੱਥੇ ਤੁਹਾਨੂੰ ਪਤਾ ਹੀ ਨਾ ਲੱਗੇ ਕੁਛ ਵੀ ਇਹ ਕੀ ਆ ਅਤੇ ਕਿੱਥੇ ਜਾਣਾ, ਇਹ ਵੀ ਮਾੜੀ ਹੈ। ਮਤਲਬ ਭਗਤ ਹੋ ਕੇ ਨਹੀਂ ਕੁਛ ਕਰਨਾ, ਮਤਲਬ ਅੱਖਾਂ ਮੀਚ ਕੇ, ਨੋ, ਇਹ ਨਹੀਂ ਗੱਲ। ਕੋਸ਼ਿਸ਼ ਕਰੋ, ਹੱਥੀਂ ਕਰੋ। ਨਹੀਂ ਕਰਦੇ ਤਾਂ ਮਨੀ ਉੱਥੇ ਦਿਓ ਜਿੱਥੇ ਕੋਈ ਭਾਈ ਸਾਹਿਬ ਦੱਸਿਓ ਮੈਂ $100 ਭੇਜਿਆ ਸੀ, ਇਹਦਾ ਕੀ ਲਿਆ ਤੁਸੀਂ? ਪੁੱਛੋ। ਕੋਈ ਨਹੀਂ ਹਰਟ ਹੁੰਦਾ, ਹਰਟ ਕੱਲ੍ਹ ਨਹੀਂ ਹੋਊਗਾ, ਤੁਸੀਂ ਪੈਸੇ ਭੇਜੇ ਨੇ। ਪਰ ਇਹੋ ਜਿਹੇ ਇਨਸਾਨ ਨਿਕਲਸ ਵਿੰਟਨ ਵਰਗੇ, ਹੈਰਾਨੀ ਦੀ ਗੱਲ ਹੈ ਬਈ 670 ਜਵਾਕ ਲਿਆ ਕੇ ਫਿਰ ਅਡੈਪਟ ਕਰਾਉਣੇ ਬ੍ਰਿਟਿਸ਼ ਪਰਿਵਾਰਾਂ 'ਚ। ਤੁਸੀਂ ਸੋਚ ਸਕਦੇ ਹੋ 670 ਪਰਿਵਾਰ ਲੱਭੇ ਜਿਨ੍ਹਾਂ ਨੇ ਉਹ ਜਵਾਕ ਰੱਖੇ। ਹੈਰਾਨੀ ਦੀ ਗੱਲ ਹੈ। ਲਾਈਨ ਨੰਬਰ 1 ਤੁਸੀਂ ਏਅਰ 'ਤੇ ਹੋ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਸਿੰਘ ਸਾਹਿਬ। ਹਾਂਜੀ ਸਿੰਘ ਸਾਹਿਬ, ਤੁਸੀਂ ਜਿੱਦਾਂ ਗੱਲ ਕੀਤੀ ਸੀ ਆਪਣੇ ਜਿੱਦਾਂ ਸਰਦਾਰ ਰਵੀ ਸਿੰਘ ਹੋਣਾ ਦੀ, ਮੈਂ ਤੁਹਾਡੀ ਗੱਲ ਸੁਣਦੇ ਸੋਚ ਰਿਹਾ ਸੀ ਵੀ ਜਿੱਦਾਂ ਅਸੀਂ ਖਾਲਸਾ ਰਾਜ ਲਈ ਕੰਮ ਕਰਦੇ ਹਾਂ, ਤੇ ਜਦੋਂ ਲੋਕ ਪੁੱਛਦੇ ਆ ਵੀ ਕਿਹੋ ਜਿਹਾ ਰਾਜ ਹੋਊਗਾ ਉੱਥੇ, ਕਿਹੋ ਜਿਹਾ ਹੋਊਗਾ, ਤੇ ਫਿਰ ਇਹੋ ਜਿਹੇ ਬੰਦਿਆਂ ਦੀ ਜਿਹੜੀ ਉਦਾਹਰਨ ਦੇਣ ਨੂੰ ਸੌਖੀ ਹੋ ਜਾਂਦੀ ਆ, ਤੁਹਾਨੂੰ ਗੱਲ ਕਰਨੀ ਸੌਖੀ ਹੋ ਜਾਂਦੀ ਆ। ਹਰ ਇੱਕ ਦੀ ਆਪੋ ਆਪਣੀ ਡਿਊਟੀ ਲੱਗੀ ਆ। ਉਹ ਜਿੱਦਾਂ ਆਪਣੇ ਥਾਂ ਉਹ ਜਿਹੜੇ ਵਧੀਆ ਸੇਵਾ ਕਰ ਰਹੇ ਆ, ਤੇ ਜਿੱਦਾਂ ਅਸੀਂ ਸਦਾ ਹੀ ਆਪਣੇ ਨਜ਼ਰੀਏ ਤੋਂ ਜਦੋਂ ਸੋਚ ਕੇ ਗੱਲ ਕਰਦੇ ਹਾਂ ਵੀ ਮੈਂ ਆਹ ਕਰਦਾ ਤੇ ਬਾਕੀ ਦੁਨੀਆ ਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ, ਕਈ ਵਾਰੀ ਇਹੋ ਗੱਲ ਸਹੀ ਨਹੀਂ ਹੁੰਦੀ। ਹੁਣ ਜਿੱਦਾਂ ਤੁਸੀਂ ਵੀ ਆ ਉੱਥੇ ਜਾ ਕੇ ਡਾਊਨਟਾਊਨ ਜਿਹੜੀ ਸੇਵਾ ਕਰਦੇ ਆ, ਉਹ ਬਿਲਕੁਲ ਜਦੋਂ ਅਦੋਂਤੀ ਰਾਏ ਦੀ ਮੈਂ ਉਹ ਗੱਲ ਪੜ੍ਹਦਾ ਹੈਗਾ ਵੀ ਅਸੀਂ ਰੱਜਿਆਂ ਨੂੰ ਰਜਾਉਂਦੇ ਆ,
ਕਿ ਉੱਥੇ ਫਿਰ ਜਦੋਂ ਇਹੋ ਜਿਹਾ ਜਿੱਦਾਂ ਹੁਣ ਰਵੀ ਸਿੰਘ ਹੋਣੀ ਆ ਜਾਂ ਤੁਸੀਂ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਜਿਹੜੇ ਕੰਮ ਕਰ ਰਹੇ ਤੇ ਫਿਰ ਉਹ ਗੱਲ ਏਦਾਂ ਆਪੇ ਹੀ ਮਨ ਅਗਲੇ ਦੇ ਆਧਾਰ ਦੇਣ ਨੂੰ ਹੋ ਜਾਂਦਾ ਵੀ ਉਹ ਜਿਹੜੀ ਗੱਲ ਆ ਅਧੂਰੀ ਇਨਫੋਰਮੇਸ਼ਨ ਹੈ ਜਦੋਂ ਕੋਈ ਲੈ ਕੇ ਚੱਲਦਾ ਆ ਤੇ ਫਿਰ ਉਹੋ ਜਿਹੀ ਗੱਲ ਲਿਖੀ ਜਾਂਦੀ ਆ। ਹੁਣ ਜਿੱਦਾਂ ਜੇ ਗੁਰਦੁਆਰਿਆਂ 'ਚ ਲੰਗਰ ਦੀ ਗੱਲ ਕਰੀਏ ਤਾਂ ਉੱਥੇ ਬਿਲਕੁਲ ਆ ਜਿਹੜੇ ਰੱਜੇ ਪੁੱਜੇ ਆਉਂਦੇ ਉਹ ਛਕਦੇ ਆ, ਪਰ ਉਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਦੀ ਜ਼ਰੂਰਤ ਪੂਰੀ ਹੁੰਦੀ ਆ, ਕਦੀ ਉਹਨਾਂ ਦੀ ਕਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਜਿਹੜਾ ਸਾਡੇ ਗੁਰੂ ਸਾਹਿਬ ਨੇ ਜਿਹੜਾ ਲੰਗਰ ਦੀ ਪ੍ਰਥਾ ਹੀ ਇੱਥੇ ਕਰਕੇ ਚਲਾਈ ਸੀ ਵੀ ਉੱਥੇ ਅਮੀਰ ਵੀ ਆ ਜਾਵੇ ਉਹਦੇ ਵੀ ਮਨ ਦੀ ਖਾਸ਼ ਪੂਰੀ ਆ, ਉਹਨੂੰ ਵੀ ਜੋ ਖਾਣ ਨੂੰ ਚਾਹੀਦਾ ਉਹ ਮਿਲਦਾ, ਤੇ ਜਿਹੜਾ ਜ਼ਰੂਰਤਮੰਦ ਆ ਉਹਦੀ ਵੀ ਜ਼ਰੂਰਤ ਪੂਰੀ ਹੁੰਦੀ ਆ। ਜਾਣੀ ਕਿ ਇਹੋ ਜਿਹਾ ਸਿਧਾਂਤ ਦਿੱਤਾ ਗਿਆ ਆ ਸਿੱਖੀ 'ਚ ਆਪਣੀ, ਇਸੇ ਨੂੰ ਅਸੀਂ ਲੈ ਕੇ ਜਿੱਦਾਂ ਅੱਗੇ ਜਿਹੜਾ ਆ ਖਾਲਸਾ ਪੰਥ ਦੇ ਜਿਹੜੇ ਰਾਜ ਦੀ ਗੱਲ ਵੀ ਅਸੀਂ ਤਾਂ ਹੀ ਕਰ ਸਕਦੇ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਧੰਨਵਾਦ ਜੀ। ਸ਼ੁਭ ਸ਼ਾਮਾਂ। ਆਪਣਾ ਟਾਰਗੇਟ ਹੈ ਜ਼ਿੰਦਗੀ ਦਾ, ਤੇ ਸਾਰੇ ਆਪਣੇ ਆਪਣੇ ਇਹਨਾਂ ਦੇ ਸਰਹੱਦਾਂ ਨੂੰ ਪਾਰ ਕਰਨ, ਇਹ ਅਰਦਾਸ ਹੈ ਹਰ ਇੱਕ ਦਾ। ਆਪਣਾ ਮਨ ਜਲੇਬੀ ਨੂੰ ਜਦ ਇੰਡੀਅਨ ਕੈਂਡੀ ਕਹਿ ਕੇ ਛਕਦੇ ਆ ਨਾ, ਓ ਮਾਈ ਗਾਡ, ਗੋਡ ਬਲੈਸ ਯੂ, ਗੋਡ ਬਲੈਸ ਯੂ ਕਰਦੇ ਜਾਂਦੇ ਆ। ਕਈ ਦੂਰਾ ਵੀ ਡਿਵਿਡਾ ਵੀ ਲਾਉਂਦੇ ਆ, ਕਈ ਜਿਵੇਂ ਦੋ ਨੇ ਹੱਥਾਂ 'ਚ ਦੇਖ ਲੈਂਦੇ ਆ, ਫਿਰ ਆ ਜਾਂਦੇ ਕਹਿੰਦੇ ਥੋੜ੍ਹੀ ਜਿਹੀ ਹੋਰ ਦੇ। ਭਗਤ ਰਾਮ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਮਾਈਂਡ ਨਾ ਕਰਿਓ, ਮੈਂ ਤੁਹਾਨੂੰ ਕੁਐਸਚਨ ਪੁੱਛਣ ਲੱਗਾ ਜੀ। ਪੁੱਛੋ ਜੀ। ਤੁਸੀਂ ਵੀ ਪੈਸੇ ਇਕੱਠੇ ਕੀਤੇ ਸੀ ਜਨਵਰੀ ਫਰਵਰੀ ਦੇ ਵਿੱਚ, ਤੁਸੀਂ ਕਹਿੰਦੇ ਕਿ ਮਾਰਚ ਦੇ ਵਿੱਚ ਚੜ੍ਹਦਿਆਂ ਦੇ ਸਾਰਾ ਹਿਸਾਬ ਦਿੱਤਾ ਜਾਊਗਾ ਪੰਜਾਬ 'ਚ, ਤੁਸੀਂ ਕਿਸੇ ਡਿਸਟਰੀਬਿਊਟ ਕਰਨੇ ਤੇ ਮੈਂ ਜ਼ਿਆਦਾ ਮਤਲਬ ਐਕਸਪਲੇਨ ਨਹੀਂ ਕਰਨਾ ਚਾਹੁੰਦਾ, ਉਹਦੇ ਬਾਰੇ ਅਸੀਂ ਕੁਝ ਨਹੀਂ ਸੁਣਿਆ। ਉਹਦੇ ਬਾਅਦ ਹੁਣੇ ਦੱਸਦਾ ਜੀ ਭਗਤ ਰਾਮ ਜੀ। ਮੈਂ ਸੋਚਿਆ ਸੁਣੋ, ਮੈਂ ਨਹੀਂ ਸੀ ਕੀਤੇ, ਸ਼ੇਰੇ ਪੰਜਾਬ ਨੇ ਕੀਤੇ ਸੀ। 1 ਨੰਬਰ। ਨੰਬਰ 2, ਸੁਵਿਧਾ ਨਹੀਂ ਹੋ ਸਕੀ ਜੀ, ਫਲਾਈਟਾਂ ਬੰਦ ਰਹੀਆਂ। ਉਹ ਜੀ ਫਲਾਈਟ ਦੇ ਵਿੱਚ ਤੁਸੀਂ ਕਿਵੇਂ ਜਾਓਗੇ, ਕਿਹੜਾ ਜਾਊਗਾ ਉਸ ਸਮੇਂ, ਜਾ ਨਹੀਂ ਸਕੇ। ਉੱਥੇ ਦੇ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਨੇ ਵੀ ਇਹ ਕਿਹਾ ਵੀ ਸਾਨੂੰ ਆਹ ਗੱਲ ਨਿਬੇੜ ਲੈਣ ਦਿਓ, ਮੁੜੇ ਆਉਣ ਦਿਓ ਬਾਰਡਰਾਂ ਤੋਂ, ਤੇ ਫਿਰ ਤੁਸੀਂ ਇਹ ਮਦਦ ਪਹੁੰਚਦੀ ਕਰਿਓ। $1 ਡਾਲਰ ਤੁਹਾਡਾ ਸਾਂਭਿਆ ਪਿਆ, $1 ਡਾਲਰ, ਤੇ ਉਹ ਪਹੁੰਚਦਾ ਕਰਕੇ ਕੱਲੇ ਦਾ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਇੰਨਾ ਕਰੋੜ ਇਕੱਠਾ ਹੋਇਆ ਸੀ ਤੇ ਇੰਨਾ ਅਸੀਂ ਦੇ ਕੇ ਆਏ। ਵਸੀਲਾ ਨਹੀਂ ਬਣਿਆ ਜਾਣ ਦਾ ਭਗਤ ਰਾਮ ਜੀ, ਇਹੀ ਗੱਲ ਹੋ ਗਈ। ਹੱਥ ਜੋੜ ਕੇ ਮਾਫੀ ਮੰਗਦਾ ਤੁਹਾਡੇ ਤੋਂ ਡਿਲੇ ਲਈ। ਇਹ ਸੀ ਅੱਜ ਦਾ ਪ੍ਰੋਗਰਾਮ। ਕੱਲ੍ਹ ਨੂੰ ਮੁੜਦੇ ਹਾਂ 9:15 ਵਜੇ।